ਉਹਨਾਂ ਨੂੰ ਇੱਥੋਂ ਤੱਕ ਆਉਣਾ ਕਿਉਂ ਪਿਆ? ਇਹ ਤੋਂ ਝਲਕਦਾ ਕੀ ਹੈ? ਇਹ ਤੋਂ ਆਮ ਪ੍ਰਭਾਵ ਤੇ ਜਾਂਦਾ ਹੈ ਕਿ ਸ਼ਾਇਦ ਸਰਕਾਰੀ ਦਰਬਾਰੇ ਹੁਣ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਵਿਧਾਨ ਸਭਾ ਬਜਟ ਸੈਸ਼ਨ ਦੇ ਬਾਹਰ ਆਪਣਾ ਰੋਸ ਜ਼ਾਹਰ ਕਰਨਾ ਪਿਆ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਗੈਂਗਸਟਰਸ ਨੇ। ਮੈਂ ਕੋਈ ਇਹਨਾਂ ਦੇ ਸੰਬੰਧ ਆਤੰਕਵਾਦੀਆਂ ਦੇ ਨਾਲ ਨੇ, ਪਾਕਿਸਤਾਨ ਤੋਂ ਇਹਨਾਂ ਨੂੰ ਸਪੋਰਟ ਮਿਲਦੀ ਆਈ। ਇਹਦੀ ਜੜ੍ਹਾਂ ਬਹੁਤ ਡੂੰਘੀਆਂ ਹੋਈਆਂ। ਇੱਕ ਦਿਨ ਦੇ ਵਿੱਚ ਇਹ ਚੀਜ਼ਾਂ ਨਹੀਂ ਪਣਪੀਆਂ ਹੈਗੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਇਹ ਨਹੀਂ ਤੁਸੀਂ ਕਹਿ ਸਕਦੇ। ਤੇ ਜਿਹੜਾ ਕੁਝ ਜੇਲ੍ਹ 'ਚ ਵਾਪਰ ਗਿਆ, ਗੋਇੰਦਵਾਲ ਜੇਲ੍ਹ ਦੇ ਵਿੱਚ ਵਾਪਰ ਗਿਆ, ਉਹ ਪਿਤਾ ਜੀ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਗੂੰਗੀ ਬੋਲੀ ਸਰਕਾਰ ਵੀ ਜਿਨ੍ਹਾਂ ਨੂੰ ਅਸੀਂ ਇਹ ਮਾਸਟਰਮਾਈਂਡ ਨਹੀਂ ਹੈਗੇ ਜਿਹੜੇ ਫੜੇ ਗਏ ਆ, ਜਿਹੜੇ ਇਹ ਫੜੇ ਗਏ ਕਰਿੰਦੇ ਆ। ਦਿੱਲੀ ਦੀ ਪੁਲਿਸ ਨੇ ਤਾਂ ਤੁਹਾਨੂੰ ਫੜ ਕੇ ਦਿੱਤੇ ਆ, ਤੁਸੀਂ ਫੜ ਕੇ ਦਿੱਤੇ, ਤੁਸੀਂ ਭਜਾ ਵੀ ਦਿੱਤੇ, ਕੁਝ ਐਨਕਾਊਂਟਰ ਕਰਤੇ। ਮੈਨੂੰ ਐ ਲੱਗਦਾ ਸੱਚਾਈ ਨੂੰ ਦਬਾਇਆ ਜਾ ਰਿਹਾ ਤੇ ਉਹੀ ਸ਼ੱਕ ਉਹਦੇ ਪਰਿਵਾਰ ਨੂੰ ਹੈ। ਉਹਦੇ ਪਰਿਵਾਰ ਨੂੰ ਸੈਟੀਸਫਾਈਡ ਕਰੋ ਨਾ, ਸਾਨੂੰ ਸੈਟੀਸਫਾਈ ਕਰਨ ਦੀ ਲੋੜ ਨਹੀਂ। ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਕਹਿੰਦੇ ਸੀ ਗ੍ਰਿਫਤਾਰੀ ਹੋ ਗਈ, ਅਸੀਂ ਲੈ ਕੇ ਆ ਰਹੇ। ਭਗਵੰਤ ਮਾਨ ਨੇ ਆਪਣਾ ਟਵੀਟ ਕਰਤਾ। ਇਹ ਕੀ ਚੱਲ ਰਿਹਾ ਹੈ? ਇਹ ਕੋਈ ਬੱਚਿਆਂ ਦੀ ਖੇਡ ਚੱਲ ਰਹੀ ਹੈ? NIA ਵੱਲੋਂ ਸਟੇਟਮੈਂਟ ਆਉਂਦੀ ਹੈ ਕਿ ਗੋਲਡੀ ਬਰਾੜ ਨਾਲ ਐਕਸਟ੍ਰੈਡੀਸ਼ਨ ਕਰਕੇ ਹਿੰਦੁਸਤਾਨ ਲੈ ਕੇ ਆਇਆ ਜਾਏਗਾ। ਮੈਨੂੰ ਲੱਗਦਾ ਤੁਹਾਨੂੰ ਅਵੇਅਰਨੈਸ ਹੀ ਹੈ ਨਹੀਂ ਕਿ NIA ਤੁਹਾਨੂੰ ਅਵੇਅਰਨੈਸ ਹੀ ਹੈਗੀ, ਤੁਹਾਨੂੰ ਤੁਹਾਡੇ ਭਗਵੰਤ ਮਾਨ ਜੀ ਜਵਾਬ ਲੈ ਲਓ, ਜਵਾਬ ਲੈ ਛੱਡ ਦੇਣਾ। ਜਿਹੜੇ ਕਹਿ ਰਹੇ ਲੈ ਕੇ ਕਿੰਨੇ ਕੇ ਆ ਰਹੇ ਆ? ਪਰਿਵਾਰ ਤਾਂ ਹੀ ਬੈਠਾ ਨਾ, ਉਹ ਪਰਿਵਾਰ ਥੋੜਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਇਆ। ਪਰਿਵਾਰ ਤਾਂ ਪੋਲੀਟੀਕਲ ਹੈ ਹੀ ਨਹੀਂ ਸੀ। ਉਹਦਾ ਬੇਟਾ ਜ਼ਰੂਰ ਜੁੜਿਆ ਸੀ ਜਿਹੜਾ ਦੁਨੀਆ ਤੋਂ ਚਲਾ ਗਿਆ, ਠੀਕ ਹੈ, ਪਾਰਟੀ ਨਾਲ ਜੁੜਿਆ ਸੀ। ਪਹਿਲਾਂ ਇੱਕ ਪੰਜਾਬ ਦਾ ਚੜ੍ਹਦੀ ਕਲਾ ਵਾਲਾ ਨੌਜਵਾਨ ਗਾਇਕ ਗੀਤਕਾਰ ਕਤਲ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਦੇ ਕਤਲ ਦੇ ਇਲਜ਼ਾਮਾਤ ਦੇ ਵਿੱਚ ਫੜੇ ਗਏ ਜਿਹੜੇ ਮੁਲਜ਼ਮ ਹੈ ਉਹ ਕਤਲ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਕੀ ਦਰਸਾ ਕੀ ਰਿਹਾ? ਲੋਕ ਮਨਾਂ ਤੇ ਸਰਕਾਰ ਦਾ ਪ੍ਰਭਾਵ ਕੀ ਜਾਏਗਾ? ਤੁਸੀਂ ਆਪ ਹੀ ਦੱਸ ਸਕਦੇ ਹੋ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ, ਅਸੀਂ ਪੁਲਿਸ ਨੂੰ ਇੱਕ ਇਹੋ ਜਿਹਾ ਮਾਹੌਲ ਅਸੀਂ ਪੈਦਾ ਕਰਕੇ ਦੇ ਰਹੇ ਜਿਹਦੇ ਵਿੱਚ ਇੰਟਰਫੇਰੈਂਸ ਨਹੀਂ ਹੈਗੀ। ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਇਹ ਲਾਸ਼ਾਂ ਦੀ ਰਾਜਨੀਤੀ ਖੇਡ ਰਹੀਆਂ ਨੇ। ਇਹ ਐਕਚੁਅਲੀ ਇਹੋ ਜਿਹਾ ਫੇਕ ਤੇ ਫਾਲਸ ਨੈਰੇਟਿਵ ਪੈਦਾ ਕਰ ਰਹੀਆਂ ਨੇ ਤਾਂ ਕਿ ਜਿਹੜਾ ਯੂਥ ਹੈ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾਵੇ। ਅੱਜ ਜੋ ਕੁਝ ਵੀ ਵਿਧਾਨ ਸਭਾ ਦੇ ਬਾਹਰ ਹੋਇਆ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਕਾਂਗਰਸੀ ਵਿਧਾਇਕਾਂ ਦਾ ਹੋਣਾ, ਕੀ ਇਹ ਸਵਾਲ ਲੋਕ ਮਨਾਂ 'ਚ ਨਹੀਂ ਖੜਾ ਕੀਤਾ ਕਰਦਾ ਕਿ ਕਾਂਗਰਸ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਇੱਥੇ ਲਿਆਂਦਾ ਗਿਆ, ਇੱਕ ਪਲਾਨ ਕੀਤਾ ਗਿਆ ਬਜਟ ਸੈਸ਼ਨ ਦੇ ਦੌਰਾਨ? ਦੇਖੋ, ਕਾਂਗਰਸ ਇਸ ਤਰੀਕੇ ਦੀ ਰਾਜਨੀਤੀ ਨਹੀਂ ਖੇਡਦੀ ਹੈਗੀ ਕਿ ਆਪਾਂ ਕਿਸੇ ਨੂੰ ਪਲਾਨ ਤਰੀਕੇ ਦੇ ਨਾਲ ਲੈ ਕੇ ਆਈਏ। ਇਹਨਾਂ ਦੀ ਸਰਕਾਰ ਆਈ, ਸਿਕਿਉਰਿਟੀ ਸਭ ਤੋਂ ਪਹਿਲਾਂ ਵਾਪਸ ਕਿਹਨਾਂ ਨੇ ਲਈ? ਸਿਕਿਉਰਿਟੀ ਸਭ ਤੋਂ ਪਹਿਲਾਂ ਵਾਪਸ ਜਿਹੜੀ ਆ ਸਿੱਧੂ ਮੂਸੇਵਾਲੇ ਦੀ ਵੀ ਹੋਰ ਕਈ ਨਾਮੀ ਹਸਤੀਆਂ ਦੀ ਇਹਨਾਂ ਨੇ ਸਿਕਿਉਰਿਟੀ ਵਾਪਸ ਲੈ ਕੇ ਬਕਾਇਦਾ ਤੌਰ ਦੇ ਉੱਤੇ ਉਹਦੀ ਲਿਸਟ ਪਬਲਿਸ਼ ਕੀਤੀ। ਸੋ ਸਭ ਤੋਂ ਵੱਡਾ ਜਿਹੜਾ ਕ੍ਰਾਈਮ ਹੈ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕੀਤਾ ਵੀ ਕਾਂਗਰਸ ਇਸ ਨੂੰ ਆਪਣੇ ਮੁੜ ਰਿਵਾਈਵਲ ਦਾ ਔਰ ਸਰਵਾਈਵਲ ਦਾ ਇੱਕ ਜ਼ਰੀਆ ਤਾਂ ਨਹੀਂ ਬਣਾ ਰਹੀ। ਕਤਲ ਤਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਹੋਏ ਨੇ ਔਰ ਜੇਲ੍ਹ ਦੇ ਵਿੱਚ ਫਸਟ ਟਾਈਮ ਕੋਈ ਮਰਡਰ ਨਹੀਂ ਹੋਇਆ। ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਵੀ ਤਾਂ ਜੇਲ੍ਹ ਦੇ ਵਿੱਚ ਹੀ ਹੋਇਆ ਸੀਗਾ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲਬਾਤ ਇਸ ਮੌਜੂ ਤੇ ਇਸ ਲਈ ਕਰਨੀ ਪੈ ਰਹੀ ਹੈ, 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ ਔਰ ਉਸ ਕਤਲ ਨੇ ਪੰਜਾਬ ਦੇ ਧਰਾਤਲ ਤੇ ਸਿਆਸੀ ਫਿਜ਼ਾ ਦੇ ਵਿੱਚ ਬਹੁਤ ਹਲਚਲ ਪੈਦਾ ਕੀਤੀ ਔਰ ਉਸ ਹਲਚਲ ਤੋਂ ਬਾਅਦ ਬਹੁਤ ਕੁਝ ਪੰਜਾਬ ਦੇ ਅੰਦਰ ਵਾਪਰਦਾ ਵੀ ਦੇਖਿਆ। ਵਿਰੋਧੀ ਧਿਰਾਂ ਸਰਕਾਰ ਤੇ ਹਮਲਾਵਰ ਹੁੰਦੀਆਂ ਵੀ ਨਜ਼ਰ ਆਈਆਂ ਤਾਂ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਲਗਾਤਾਰ ਭਰੋਸਾ ਦਿੱਤਾ ਗਿਆ ਇਨਸਾਫ ਦਾ, ਨਿਆਂ ਦਾ ਔਰ ਬਹੁਤ ਸਾਰੀ ਗ੍ਰਿਫਤਾਰੀਆਂ ਕੀਤੀਆਂ ਗਈਆਂ। ਗੋਇੰਦਵਾਲ ਜੇਲ੍ਹ ਦੇ ਅੰਦਰ ਹੋਈ ਘਟਨਾ ਨੇ ਮੁੜ ਤੋਂ ਨਵੀਂ ਜਿਹੜੀ ਚਰਚਾ ਸਿਆਸੀ ਫਿਜ਼ਾ ਦੇ ਵਿੱਚ ਛੇੜੀ। ਉਸ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲੇ ਦੇ ਮਾਪੇ ਵਿਧਾਨ ਸਭਾ ਜਦੋਂ ਬਜਟ ਸੈਸ਼ਨ ਚੱਲ ਰਿਹਾ ਸੀ ਤਾਂ ਉਹਦੇ ਬਾਹਰ ਆਪਣਾ ਰੋਸ ਜ਼ਾਹਰ ਕਰਨ ਲਈ ਪਹੁੰਚਦੇ ਆ ਤਾਂ ਇੱਕੋ ਦਮ ਸਾਰੇ ਦਿਨ ਦੀ ਸਿਆਸਤ ਦਾ, ਸਾਰੇ ਦਿਨ ਦੀ ਖਬਰ ਦਾ ਰੁਖ ਇੱਕੋ ਵਾਲੇ ਪਾਸੇ ਚਲਾ ਜਾਂਦਾ ਹੈ। ਤਾਂ ਉੱਥੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਇੱਥੇ ਆ ਕੇ ਰੋਸ ਜ਼ਾਹਰ ਕਰਨਾ ਕਿਉਂ ਪਿਆ? ਇਹਦਾ ਮਤਲਬ ਕੀ ਹੈ? ਕਿ ਸਰਕਾਰੀ ਦਰਬਾਰੇ ਹੁਣ ਉਹਨਾਂ ਦੀ ਕੋਈ ਸੁਣ ਨਹੀਂ ਰਿਹਾ, ਹੁਣ ਉਹਨਾਂ ਨੂੰ ਟਾਲਾ ਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਉੱਥੇ ਸਾਰਾ ਮੀਡੀਆ, ਉੱਥੇ ਸਾਰੇ ਵਜ਼ੀਰ ਵਿਧਾਇਕ ਉੱਥੇ ਹੋਣਗੇ ਤੇ ਸਾਨੂੰ ਹੁਣ ਉੱਥੇ ਜਾਣਾ ਚਾਹੀਦਾ।
ਸੋ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਮੁਖਤਲਿਫ ਸਿਆਸੀ ਦਲਾਂ ਦੇ ਆਏ ਹੋਏ ਬੁਲਾਰਿਆਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਚਰਚਾ 'ਚ ਉਹਨਾਂ ਦਾ ਇਸਤਕਬਾਲ ਕਰਦੇ ਅੱਗੇ ਵਧਾਵਾਂਗੇ। ਆਮ ਆਦਮੀ ਪਾਰਟੀ ਤੋਂ ਗਗਨ ਜੀ ਤਸ਼ਰੀਫ ਲੈ ਕੇ ਆਏ, ਜਨਾਬ ਜੀਓ ਆਇਆਂ ਨੂੰ। ਜਸਪ੍ਰੀਤ ਸਿੰਘ ਨਰਵਾਲ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਤੁਹਾਡਾ ਸਵਾਗਤ ਹੈ। ਜਦੋਂ ਕਿ ਗੁਰਦੀਪ ਸਿੰਘ ਗੋਸ਼ਾ ਭਾਜਪਾ ਤੋਂ ਬੁਲਾਰੇ ਨੇ, ਜਨਾਬ ਤੁਹਾਡਾ ਸਵਾਗਤ ਹੈ ਇਸ ਚਰਚਾ ਦੇ ਅੰਦਰ। ਸਭ ਤੋਂ ਪਹਿਲਾਂ ਗਗਨ ਜੀ ਸਵਾਲ ਵੀ ਤੁਹਾਨੂੰ ਆ, ਤੁਹਾਡੀ ਪਾਰਟੀ ਦੇ ਖਿਲਾਫ, ਕਿਉਂਕਿ ਪਾਰਟੀ ਦੀ ਸਰਕਾਰ ਹੈ, ਉਹਨਾਂ ਨੂੰ ਇੱਥੋਂ ਤੱਕ ਆਉਣਾ ਕਿਉਂ ਪਿਆ? ਇਹ ਤੋਂ ਝਲਕਦਾ ਕੀ ਹੈ? ਇਹ ਤੋਂ ਆਮ ਪ੍ਰਭਾਵ ਤੇ ਜਾਂਦਾ ਹੈ ਕਿ ਸ਼ਾਇਦ ਸਰਕਾਰੀ ਦਰਬਾਰੇ ਹੁਣ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਨੂੰ ਵਿਧਾਨ ਸਭਾ ਬਜਟ ਸੈਸ਼ਨ ਦੇ ਬਾਹਰ ਆਪਣਾ ਰੋਸ ਜ਼ਾਹਰ ਕਰਨਾ ਪਿਆ। ਨਵਜੋਤ ਜੀ, ਜੇ ਅਸੀਂ ਇਸ ਪੂਰੀ ਇਵੈਂਟ ਨੂੰ ਦੇਖੀਏ, ਜਦੋਂ ਸਿੱਧੂ ਮੂਸੇਵਾਲਾ ਜੀ ਦਾ ਕਤਲ ਹੋਇਆ, ਇਹ ਇੱਕ ਬੇਸਿਕਲੀ ਜਿਹੜਾ ਕਤਲ ਸੀਗਾ, ਦਿਸ ਵਾਸ ਦਾ ਰਿਜ਼ਲਟੈਂਟ ਆਫ ਦਾ ਆਰਗੇਨਾਈਜ਼ਡ, ਜਿੰਦੀਆਂ ਜੜਾਂ ਬਹੁਤ ਸਾਲ ਪਹਿਲਾਂ ਤੋਂ ਲੱਗ ਚੁੱਕੀਆਂ ਸੀਗੀਆਂ। ਇਹਦੇ ਵਿੱਚ ਨਾਰਕੋਟਿਕਸ ਐਂਗਲ ਵੀ ਬਹੁਤ ਵੱਡੇ ਪੱਧਰ ਤੇ ਇਨਵੋਲਵ ਹੈਗਾ। ਤੁਸੀਂ ਪਰਸੋਂ ਚੌਥੇ ਕੀ ਹੋਇਆ, NIA ਨੇ ਮਨਪ੍ਰੀਤ ਔਲਖ ਵਿੱਚ ਸ਼ੋਅ ਕਰਨ ਜਾ ਰਹੇ ਸੀਗੇ। ਇਹ ਵੱਡੇ ਇਹਦੇ ਵਿੱਚ ਕੀ ਹੋਇਆ ਮੋਹਾਲੀ ਦੇ ਵਿੱਚ 2020 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ। ਇਹ ਮਤਲਬ ਕੋਈ ਸੌਖ ਨਹੀਂ ਹੈਗੀ, ਗੁੰਝਲਦਾਰ ਇਵੈਂਟ ਹੋਈ ਹੈ ਜੋ ਵੀ ਹੋਇਆ ਹੈਗਾ ਪੰਜਾਬ ਦੇ ਵਿੱਚ। ਬਟ ਜੇ ਇਸ ਕੇਸ ਨੂੰ ਅਸੀਂ ਦੇਖਦੇ ਹਾਂ, ਸਿੱਧੂ ਮੂਸੇਵਾਲੇ ਦੇ ਕੇਸ ਨੂੰ ਦੇਖਦੇ ਹਾਂ, ਟੋਟਲੀ ਹਾਲੇ ਤੱਕ 40 ਲੋਕ ਨੇ ਜਿਹੜੇ ਨੋਮੀਨੇਟ ਕੀਤੇ ਗਏ ਨੇ, ਮਤਲਬ ਜਿਹੜੇ ਇਸ ਦੇ ਵਿੱਚ ਇਨਵੋਲਵ ਹੈਗੇ ਨੇ। ਟੋਟਲ ਮਿਲਾ ਕੇ 29 ਅਰੈਸਟ ਹੋ ਚੁੱਕੇ ਨੇ ਤੇ 2 ਲੋਕ ਨੇ ਜਿਹੜੇ ਐਨਕਾਊਂਟਰ ਦੇ ਵਿੱਚ ਮਾਰੇ ਜਾ ਚੁੱਕੇ ਨੇ। ਜਿਹੜੇ ਬੰਦੇ ਬਾਹਰ ਚਲੇ ਗਏ ਅਬਰੋਡ ਤੇ, ਪਰ ਉਹਨਾਂ ਦੇ ਉੱਤੇ ਚਲਾਨ ਪੇਸ਼ ਹੋਇਆ ਉਹ 4 ਜਣੇ ਨੇ। ਜਿਨ੍ਹਾਂ ਦਾ ਅਰੈਸਟ ਹਲੇ ਪੈਂਡਿੰਗ, ਉਹਦੇ ਵਿੱਚ 9 ਜਣੇ ਲੋਕ ਇਨਵੋਲਵਡ ਨੇ, ਮਤਲਬ 9 ਜਣੇ ਹੈਗੇ ਨੇ। ਐਕਸਟ੍ਰਾਡੀਸ਼ਨ ਜੇ ਤੁਸੀਂ ਪ੍ਰੋਸੈਸ ਦੇਖਦੇ ਹੋ, ਗੋਲਡੀ ਬਰਾੜ ਦਾ ਉਹ ਆਲਰੇਡੀ ਚੱਲ ਰਿਹਾ, ਉਹਦੇ ਵਿੱਚ ਪੰਜਾਬ ਦੀ ਸਰਕਾਰ ਵੀ ਇਨਵੋਲਵਡ ਹੈਗੀ ਹੈ, ਪਲੱਸ ਉਹਦੇ ਵਿੱਚ NIA ਵੀ ਇਨਵੋਲਵਡ ਹੈਗੀ ਹੈ। ਬਿਕੋਜ਼ ਕਿਉਂਕਿ ਐਕਸਟ੍ਰਾਡੀਸ਼ਨ ਟ੍ਰੀਟੀ ਜਿਹੜੀਆਂ ਸਾਡੀਆਂ ਹੈਗੀਆਂ, ਉਹਦੇ ਵਿੱਚ ਸਾਨੂੰ ਕੇਂਦਰ ਦੀ ਸਰਕਾਰ ਨੂੰ ਇਨਵੋਲਵ ਕਰਨਾ ਹੀ ਪੈਣਾ। ਜੇ ਅਸੀਂ ਸਚਿਨ ਬਿਸ਼ਨੋਈ ਦੀ ਗੱਲ ਕਰਦੇ ਹਾਂ, ਉਹਨੂੰ ਵੀ ਡਿਟੇਨ ਕੀਤਾ ਹੋਇਆ ਅਜ਼ਰਬੇਜਾਨ ਦੇ ਵਿੱਚ, ਤੇ ਪੰਜਾਬ ਦੀ ਸਰਕਾਰ ਤੇ ਮੈਂ ਕਹੂੰਗਾ ਕੇਂਦਰ ਦੀ ਸਰਕਾਰ ਮਿਲ ਕੇ ਉਹਨੂੰ ਵੀ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉੱਥੋਂ ਤੋਂ ਲੈ ਕੇ। ਪਲੱਸ ਜਿੰਨੇ ਵੀ ਸ਼ੂਟਰਸ ਇਨਵੋਲਵਡ ਸੀਗੇ ਇਸ ਮੰਦਭਾਗੀ ਐਪੀਸੋਡ ਦੇ ਵਿੱਚ, ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਗਿਆ। 2 ਚਾਰਜ ਸ਼ੀਟਸ ਆਲਰੇਡੀ ਪੇਸ਼ ਕਰ ਦਿੱਤੀਆਂ ਗਈਆਂ ਨੇ। ਬ੍ਰਦਰ ਨਵਜੋਤ ਜੀ, ਇੱਕ ਇੰਪੋਰਟੈਂਟ ਚੀਜ਼ ਇਹ ਵੀ ਦੇਖਣ ਵਾਲੀ ਹੈ ਕਿ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਕੱਲੀ ਪੁਲਿਸ ਇਨਵੋਲਵ ਨਹੀਂ ਹੁੰਦੀ, ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ਰੀ ਵੀ ਇਨਵੋਲਵ ਹੁੰਦੀ ਹੈ। ਅਸੀਂ ਚਾਰਜ ਸ਼ੀਟਸ ਆਲਰੇਡੀ ਪੇਸ਼ ਕਰ ਚੁੱਕੇ ਹਾਂ, ਜੁਡੀਸ਼ਰੀ ਦੇ ਸਾਹਮਣੇ ਹੁਣ ਇਹ ਕੇਸ ਹੈਗਾ। ਕੁਝ ਜਾਣਿਆਂ ਦੀ ਮੈਂ ਮੰਨਦਾ ਕਿ ਕੁਝ ਜਾਣੇ ਅਰੈਸਟ ਨਹੀਂ ਹੋਏ ਵੇ, ਉਹਦਾ ਕਾਰਨ ਇਹੀ ਹੈ ਕਿਉਂਕਿ ਹਿੰਦੁਸਤਾਨ ਤੋਂ ਬਾਹਰ ਉਹ ਲੋਕ ਬੈਠੇ ਨੇ, ਉਹਨਾਂ ਨੇ ਆਪਣੀਆਂ ਜੜਾਂ ਜਿਹੜੀਆਂ ਬਹੁਤ ਇੰਨੀਆਂ ਡੂੰਘੀਆਂ ਕੀਤੀਆਂ। ਉਹਨਾਂ ਦਾ ਕਾਰਨ ਰਹੀਆਂ ਪੁਰਾਣੀਆਂ ਸਰਕਾਰਾਂ, ਕਿਉਂਕਿ ਉਹਨਾਂ ਨੇ ਜਿਹੜੀਆਂ ਜੜਾਂ ਸੀਗੀਆਂ ਇਹ ਡੂੰਘੀਆਂ ਹੋਣ ਦਿੱਤੀਆਂ। ਅਕਾਲੀ ਦਲ ਦੀ ਸਰਕਾਰ ਦੇਖ ਲਓ ਤੁਸੀਂ, ਕਾਂਗਰਸ ਦੀ ਸਰਕਾਰ ਦੇਖ ਲਓ, ਕਿੰਨੀਆਂ ਸਾਰੀਆਂ ਘਟਨਾਵਾਂ ਹੋਈਆਂ। ਮੌੜ ਮੰਡੀ ਦਾ ਬੰਬ ਬਲਾਸਟ ਹੋਇਆ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਫਗਵਾੜਾ ਦੇ ਵਿੱਚ ਬਹੁਤ ਜ਼ਿਆਦਾ ਕਲੈਸ਼ਿਸ ਹੋਏ, ਉਹਦੇ ਵਿੱਚ ਵੀ ਇਹ ਸਾਰਾ ਆਰਗੇਨਾਈਜ਼ਡ ਕ੍ਰਾਈਮ ਆ। ਤੁਸੀਂ ਬਰਗਾੜੀ ਦਾ ਕੇਸ ਦੇਖ ਲਓ, ਉਹਦੇ ਵਿੱਚ ਵੀ ਮਤਲਬ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਭਿਆਨਕ ਰਹੀ ਹੈ। ਮੈਂ ਕਹੂੰਗਾ ਨਾਭਾ ਦਾ ਜੇਲ੍ਹ ਬ੍ਰੇਕ ਹੋਇਆ 2016 ਦੇ ਵਿੱਚ। ਇਸ ਤਰ੍ਹਾਂ ਦੀ ਸਾਡੇ ਕੋਲੇ ਮਲਟੀਪਲ ਇਵੈਂਟਸ ਨੇ ਲਾਅ ਐਂਡ ਆਰਡਰ ਦੀਆਂ। ਮੈਂ ਇਹ ਕਹੂੰਗਾ ਕਿ ਜਿਹੜੀ ਪੁਲਿਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਸੀ ਜਦੋਂ ਪੁਰਾਣੀਆਂ ਸਰਕਾਰਾਂ ਸੀ, ਲੱਗਦਾ ਕੀ ਹੈ ਆਰਗੇਨਾਈਜ਼ਡ ਬਾਈ? ਨਹੀਂ, ਆਰਗੇਨਾਈਜ਼ਡ ਬਾਈ ਤਾਂ ਇਹ ਬ੍ਰਦਰ ਆਰਗੇਨਾਈਜ਼ਡ ਕ੍ਰਾਈਮ ਹੈ ਨਵਜੋਤ ਜੀ। ਇਹ ਬੜਾ ਇਹਦੇ ਵਿੱਚ ਸਿਰਫ ਤੁਸੀਂ ਇਹਨੂੰ ਇਹ ਨਾ ਦੇਖੋ ਕਿ ਇਹ ਗੈਂਗਸਟਰਸ ਨੇ, ਇਹਨਾਂ ਦੇ ਤਾਲੁਕਾਤ ਮੈਂ ਕਹੂੰਗਾ ਆਤੰਕਵਾਦੀਆਂ ਦੇ ਨਾਲ ਵੀ ਆ। ਇਹਨਾਂ ਦੇ ਜਿਹੜੇ ਤਾਲੁਕਾਤ ਨੇ ਉਹ ਨਾਰਕੋ ਦੇ ਨਾਲ ਜਿਹੜੇ ਲੋਕ ਸੰਬੰਧ ਰੱਖਦੇ ਨੇ, ਉਹਨਾਂ ਨਾਲ ਵੀ ਇਹਨਾਂ ਦੇ ਸੰਬੰਧ ਨੇ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਗੈਂਗਸਟਰਸ ਨੇ, ਮੈਂ ਕੋਈ ਇਹਨਾਂ ਦੇ ਸੰਬੰਧ ਆਤੰਕਵਾਦੀਆਂ ਦੇ ਨਾਲ ਨੇ। ਪਾਕਿਸਤਾਨ ਤੋਂ ਇਹਨਾਂ ਨੂੰ ਸਪੋਰਟ ਮਿਲਦੀ ਆਈ, ਇਹਦੀ ਜੜ੍ਹਾਂ ਬਹੁਤ ਡੂੰਘੀਆਂ ਹੋਈਆਂ। ਇੱਕ ਦਿਨ ਦੇ ਵਿੱਚ ਇਹ ਚੀਜ਼ਾਂ ਨਹੀਂ ਪਣਪੀਆਂ ਹੈਗੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਇਹ ਨਹੀਂ ਤੁਸੀਂ ਕਹਿ ਸਕਦੇ। ਤੇ ਜਿਹੜਾ ਕੁਝ ਜੇਲ੍ਹ 'ਚ ਵਾਪਰ ਗਿਆ, ਗੋਇੰਦਵਾਲ ਜੇਲ੍ਹ ਦੇ ਵਿੱਚ ਵਾਪਰ ਗਿਆ, ਉਹ ਨਵਜੋਤ ਜੀ ਮੈਂ ਕਹੂੰਗਾ ਦੂਜਾ ਮਤਲਬ ਮਾੜਾ ਇਵੈਂਟ ਹੈ। ਮੈਂ ਨਹੀਂ ਕਹਿੰਦਾ ਕਿ ਇਹ ਸਹੀ ਹੋਇਆ, ਹਾਂ ਡੈਫੀਨੇਟਲੀ ਗਲਤ ਹੋਇਆ। ਇਸ ਤਰ੍ਹਾਂ ਦੀਆਂ ਜਿਹੜੀਆਂ ਇਵੈਂਟਸ ਨਹੀਂ ਹੋਣੀਆਂ ਚਾਹੀਦੀਆਂ। ਅੱਗੇ ਤੋਂ ਮੈਨੂੰ ਲੱਗਦਾ ਜਿਹੜੀ ਪੰਜਾਬ ਪੁਲਿਸ ਆ ਜ਼ਿਆਦਾ ਸੁਚੇਤ ਰਹੂਗੀ ਤਾਂ ਕਿ ਇਸ ਤਰ੍ਹਾਂ ਦੀ ਇਵੈਂਟਸ ਨਾ ਹੋਣ। ਬਟ ਜੇ ਅਸੀਂ ਸਪੈਸੀਫਿਕਲੀ ਇਸ ਕੇਸ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਪਰ ਗਗਨ ਜੀ ਇਹ ਚੀਜ਼ਾਂ ਕੀ ਦਰਸਾਉਂਦੀਆਂ ਨੇ ਜਦੋਂ ਸਾਡੇ ਸਾਹਮਣੇ ਅਜਿਹੀ ਤਸਵੀਰ ਆਉਂਦੀ ਹੈ? ਪਹਿਲਾਂ ਇੱਕ ਪੰਜਾਬ ਦਾ ਚੜ੍ਹਦੀ ਕਲਾ ਵਾਲਾ ਨੌਜਵਾਨ ਗਾਇਕ ਗੀਤਕਾਰ ਕਤਲ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਦੇ ਕਤਲ ਦੇ ਇਲਜ਼ਾਮਾਤ ਦੇ ਵਿੱਚ ਫੜੇ ਗਏ ਜਿਹੜੇ ਮੁਲਜ਼ਮ ਹੈ ਉਹ ਕਤਲ ਹੋਣੇ ਸ਼ੁਰੂ ਹੋ ਜਾਂਦੇ ਆ।
ਇਹ ਕੀ ਦਰਸਾ ਕੀ ਰਿਹਾ ਹੈ? ਲੋਕ ਮਨਾਂ ਤੇ ਸਰਕਾਰ ਦਾ ਪ੍ਰਭਾਵ ਕੀ ਜਾਏਗਾ, ਤੁਸੀਂ ਆਪ ਹੀ ਦੱਸ ਸਕਦੇ ਹੋ। ਨਵਜੋਤ ਜੀ, ਪੰਜਾਬ ਦੇ ਹਾਲਾਤ ਪਿਛਲੇ 15-20 ਸਾਲ ਤੋਂ ਮੈਂ ਕਹੂੰਗਾ ਬਹੁਤੇ ਚੰਗੇ ਨਹੀਂ ਰਹੇ। ਅਨਇੰਪਲੋਇਮੈਂਟ ਬਹੁਤ ਜ਼ਿਆਦਾ ਰਹੀ ਹੈ, ਡਿਵੈਲਪਮੈਂਟ ਨਹੀਂ ਹੋਈ, ਸਾਡਾ ਯੂਥ ਆ ਜਿਹੜਾ ਕਰਾਹੇ ਪੈ ਗਿਆ। ਜਿੰਨੇ ਵੀ ਗੈਂਗਸਟਰਸ ਨੇ ਇਹਨਾਂ ਦਾ ਤਾਲੁਕਾਤ ਜੇ ਤੁਸੀਂ ਦੇਖੋ, ਪੰਜਾਬ ਯੂਨੀਵਰਸਿਟੀ ਦੇ ਨਾਲ ਰਿਹਾ, ਡੀਏਵੀ ਕਾਲਜ ਦੇ ਨਾਲ ਰਿਹਾ। ਵਿੱਕੀ ਮਿੱਡੂ ਖੇੜਾ ਡੀਏਵੀ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ, ਗੋਲਡੀ ਬਰਾੜ ਇਹ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਪੜ੍ਹਦੇ ਰਹੇ ਨੇ, ਇਹ ਉੱਥੋਂ ਦੇ ਲੀਡਰ ਹੁੰਦੇ ਸੀ, ਯੂਥ ਲੀਡਰ ਹੁੰਦੇ ਸੀ, ਇਹ ਕਰਾਹੇ ਪੈ ਗਏ। ਉਹਦਾ ਕਾਰਨ ਇਹੀ ਹੈ ਕਿ ਅਸੀਂ ਜਿਹੜਾ ਤਾਣਾ ਬਾਣਾ ਬੁਣਿਆ, ਵਿਕਾਸ ਦਾ ਤਾਣਾ ਬਾਣਾ ਅਸੀਂ ਜਿਹੜਾ ਬੁਣਨਾ ਚਾਹੁੰਦੇ ਸੀ, ਉਹ ਸਾਡੀਆਂ ਪੁਰਾਣੀਆਂ ਸਰਕਾਰਾਂ ਨੇ ਬੁਣਨ ਨਹੀਂ ਦਿੱਤਾ। ਉਹਦਾ ਕਾਰਨ ਇਹੀ ਹੈ ਕਿ ਪੁਰਾਣੀਆਂ ਸਰਕਾਰਾਂ ਦਾ ਧਿਆਨ ਟੋਟਲ ਐਂਡ ਟੋਟਲ ਨਿਰੋਲ ਜੇ ਅਸੀਂ ਕਹੀਏ ਤਾਂ ਕਰਪਸ਼ਨ ਉੱਤੇ ਸੀਗਾ, ਵਿਕਾਸ ਹੋਇਆ ਨਹੀਂ, ਯੂਥ ਕਰਾਹੇ ਪੈ ਗਿਆ। ਹੁਣ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਗਈਆਂ ਨੇ, ਉਹਨਾਂ ਜੜ੍ਹਾਂ ਨੂੰ ਵੱਢਣ ਨੂੰ ਟਾਈਮ ਜ਼ਰੂਰ ਲੱਗੂਗਾ। ਮੈਂ ਨਹੀਂ ਇਹ ਕਹਿ ਰਿਹਾ ਅਸੀਂ ਮੁਨਕਰ ਨਹੀਂ ਹੋ ਰਹੇ, ਅਸੀਂ ਨਹੀਂ ਕਰ ਸਕਾਂਗੇ, ਬਟ ਇਹਨੂੰ ਡੈਫੀਨੇਟਲੀ ਟਾਈਮ ਲੱਗੂਗਾ। ਵਿੱਕੀ ਮਿੱਡੂ ਖੇੜਾ ਦਾ ਤੁਸੀਂ ਦੇਖੋ, ਮੋਹਾਲੀ ਦੇ ਵਿੱਚ 9-10 ਗੋਲੀਆਂ ਮਾਰ ਕੇ ਵਿੱਕੀ ਮਿੱਡੂ ਖੇੜਾ ਨੂੰ ਮਾਰਤਾ ਸੀਗਾ। ਕੱਲੀ ਐਪੀਸੋਡ ਆਪਾਂ ਜਦੋਂ ਵੀ ਆਪਾਂ ਐਪੀਸੋਡ ਦੀ ਗੱਲ ਕਰਦੇ, ਸਿੱਧੂ ਮੂਸੇਵਾਲੇ ਦੇ ਐਪੀਸੋਡ ਦੀ, ਆਪਾਂ ਇਹਦੀ ਕੱਲੀ ਗੱਲ ਨਾ ਕਰੀਏ, ਆਪਾਂ ਵਿੱਕੀ ਮਿੱਡੂ ਖੇੜੇ ਵਾਲੀ ਇਵੈਂਟ ਨੂੰ ਵੀ ਇਹਦੇ ਨਾਲ ਜ਼ਰੂਰ ਲੈ ਕੇ ਆਈਏ। ਹੋਰ ਜਿਹੜੇ ਗੈਂਗਸਟਰ ਦੀ ਜਿਹੜੀ ਵਾਰ ਹੋਈ ਹੈ ਉਹਨੂੰ ਵੀ ਵਿੱਚ ਲੈ ਕੇ ਆਈਏ। ਤੇ ਬਹੁਤ ਇਹਦਾ ਪਿਛੋਕੜ ਹੈ, ਇਹਦਾ ਇੱਕ ਪਾਸਟ ਹੈ, ਉਸ ਪਾਸਟ ਨੂੰ ਵੀ ਸਾਨੂੰ ਕੰਸੀਡਰੇਸ਼ਨ ਦੇ ਵਿੱਚ ਰੱਖਣਾ ਪੈਣਾ। ਜੇ ਅਸੀਂ ਉਸ ਪਾਸਟ ਨੂੰ ਭੁੱਲਾਂਗੇ ਤਾਂ ਅਸੀਂ ਜੋ ਵੀ ਸਟ੍ਰੈਟਜੀ ਬਣਾਵਾਂਗੇ ਸਾਡੀ ਉਹ ਸਟ੍ਰੈਟਜੀ ਗਲਤ ਹੋਊਗੀ। ਹਾਂ, ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ, ਅਸੀਂ ਪੁਲਿਸ ਨੂੰ ਇੱਕ ਇਹੋ ਜਿਹਾ ਮਾਹੌਲ ਅਸੀਂ ਪੈਦਾ ਕਰਕੇ ਦੇ ਰਹੇ ਹਾਂ ਜਿਹਦੇ ਵਿੱਚ ਇੰਟਰਫੇਰੈਂਸ ਨਹੀਂ ਹੈਗੀ। ਤੁਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡੇਟਾ ਚੱਕ ਕੇ ਦੇਖੋ, ਉਹ ਡੇਟਾ ਕੀ ਕੇਂਦਰ ਦੀ ਏਜੰਸੀ ਹੈ, ਅਸੀਂ ਉਹਨੂੰ ਇਹ ਨਹੀਂ ਗਲਤ ਨਹੀਂ ਕਹਿ ਸਕਦੇ। ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਨੰਬਰ ਆਫ ਅਰੈਸਟਸ ਜਿਹੜੇ ਨੇ ਉਹ ਵਧੇ ਨੇ। ਪੰਜਾਬ ਦੇ ਵਿੱਚ ਜਿਵੇਂ ਪੁਲਿਸ ਕੰਮ ਕਰ ਰਹੀ ਹੈ, ਕ੍ਰਾਈਮ ਡਿਕਰੀਜ਼ ਹੋ ਰਿਹਾ, ਇਟ ਇਜ਼ ਡਿਕਲਾਈਨਿੰਗ। ਬਟ ਜਿਹੜੀਆਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਇਹ ਲਾਸ਼ਾਂ ਦੀ ਰਾਜਨੀਤੀ ਖੇਡ ਰਹੀਆਂ ਨੇ, ਇਹ ਐਕਚੁਅਲੀ ਇਹੋ ਜਿਹਾ ਫੇਕ ਤੇ ਫਾਲਸ ਨੈਰੇਟਿਵ ਪੈਦਾ ਕਰ ਰਹੀਆਂ ਨੇ ਤਾਂ ਕਿ ਜਿਹੜਾ ਯੂਥ ਹੈ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾਵੇ। ਅੱਜ ਦੀ ਜਿਹੜੀ ਇਵੈਂਟ ਹੋਈ ਹੈ, ਸਿੱਧੂ ਮੂਸੇਵਾਲੇ ਦੇ ਜਿਹੜੇ ਪੇਰੈਂਟਸ ਨੇ ਉਹ ਆਏ ਨੇ, ਉਹਨਾਂ ਨੂੰ ਰੋਸ ਹੈ, ਉਹਨਾਂ ਨੂੰ ਵੀ ਇਸ ਗੱਲ ਨੂੰ ਮੈਂ ਕਹੂੰਗਾ ਥੋੜਾ ਜਿਹਾ ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਇਹਦੇ ਵਿੱਚ ਕੇਂਦਰ ਦੀ ਏਜੰਸੀਜ਼ ਦਾ ਵੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ। ਤੁਸੀਂ ਦੇਖੋ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਉਹਨੇ ਕਿਉਂ ਫੜਿਆ? ਮਨਪ੍ਰੀਤ ਔਲਖ ਨੂੰ ਕਿਉਂ ਫੜੇ ਨੇ? ਕਿਉਂਕਿ ਐਨਆਈਏ ਨੂੰ ਪਤਾ ਹੈ, ਐਨਆਈਏ ਨੂੰ ਪਤਾ ਕਿ ਇਹਦੇ ਵਿੱਚ ਇਟ ਇਜ਼ ਨਾਟ ਓਨਲੀ ਆਰਗੇਨਾਈਜ਼ਡ ਕ੍ਰਾਈਮ, ਇਹ ਹੋਰ ਡਾਇਰੈਕਸ਼ਨ ਵੱਲ ਵੀ ਲੀਡ ਕਰ ਰਿਹਾ ਇਹ ਵਾਲੀ ਚੀਜ਼। ਰਿਲੇਸ਼ਨਸ਼ਿਪ ਇਹਦੇ ਦੱਸੇ ਜਾ ਰਹੇ ਨੇ। ਤੁਹਾਡੇ ਨੈਟਵਰਕ ਦੀ ਦਿੱਕਤ ਆ ਰਹੀ ਹੈ ਗਗਨ ਜੀ, ਤੁਹਾਡੀ ਆਵਾਜ਼ ਵੀ ਬ੍ਰੇਕ ਹੋ ਰਹੀ ਹੈ। ਮੈਂ ਇਸ ਕਰਕੇ ਦੂਜੇ ਬੁਲਾਰੇ ਕੋਲ ਵੀ ਜਾਣਾ ਚਾਹੁੰਦਾ ਕਿਉਂਕਿ ਬੜੇ ਇਤਮਾਨਾਨ ਦੇ ਨਾਲ ਲਗਾਤਾਰ ਸੁਣ ਰਹੇ ਆ। ਕਾਂਗਰਸ ਵਾਲੇ ਵੀਰ ਤੋਂ ਮੈਂ ਜਾਣਨਾ ਚਾਹੁੰਦਾ ਕਿ ਅੱਜ ਜੋ ਕੁਝ ਵੀ ਵਿਧਾਨ ਸਭਾ ਦੇ ਬਾਹਰ ਹੋਇਆ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਕਾਂਗਰਸੀ ਵਿਧਾਇਕਾਂ ਦਾ ਹੋਣਾ, ਕੀ ਇਹ ਸਵਾਲ ਲੋਕ ਮਨਾਂ 'ਚ ਨਹੀਂ ਖੜਾ ਕੀਤਾ ਕਰਦਾ ਕਿ ਕਾਂਗਰਸ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਇੱਥੇ ਲਿਆਂਦਾ ਗਿਆ, ਇੱਕ ਪਲਾਨ ਕੀਤਾ ਗਿਆ ਬਜਟ ਸੈਸ਼ਨ ਦੇ ਦੌਰਾਨ? ਇਹ ਦੇਖੋ, ਕਾਂਗਰਸ ਇਸ ਤਰੀਕੇ ਦੀ ਰਾਜਨੀਤੀ ਨਹੀਂ ਖੇਡਦੀ ਹੈਗੀ ਕਿ ਆਪਾਂ ਕਿਸੇ ਨੂੰ ਪਲਾਨ ਤਰੀਕੇ ਦੇ ਨਾਲ ਲੈ ਕੇ ਆਈਏ। ਤੁਸੀਂ ਦੇਖੋ ਕਿ 1 ਸਾਲ ਹੋ ਚੱਲਾ ਸਿੱਧੂ ਮੂਸੇਵਾਲਾ ਜੀ ਦਾ ਪੌਣੇ ਸਾਲ ਦਾ ਭੋਗ ਪੈਣਾ ਹੈ। ਪੌਣੇ ਸਾਲ ਦੇ ਭੋਗ ਤੋਂ ਪਹਿਲਾਂ ਜੋ ਜੇਲ੍ਹ ਦੇ ਵਿੱਚ, ਗੋਇੰਦਵਾਲ ਜੇਲ੍ਹ ਦੇ ਵਿੱਚ ਇਵੈਂਟ ਹੁੰਦਾ, ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਮਾਪੇ ਦੀ ਜਗ੍ਹਾ ਤੇ ਰੱਖ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਮਨਾਂ ਦੇ ਉੱਤੇ ਬੀਤਦੀ ਆ ਜਿਨ੍ਹਾਂ ਦਾ ਜਵਾਨ ਜਹਾਨ ਪੁੱਤ ਇਸ ਜੱਗ ਤੋਂ ਚਲਾ ਗਿਆ ਹੋਵੇ। ਦੂਸਰੀ ਗੱਲ, ਜਿਹੜੀ ਗੱਲ ਕਰੀਏ ਕਿ ਪਿਛਲੇ ਸਾਲ ਜਦੋਂ ਇਹਨਾਂ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ, ਇਹ ਦੂਸਰੀਆਂ ਪਾਰਟੀਆਂ ਦੇ ਉੱਤੇ ਸਿੱਧੇ ਨੇ, ਮੇਰੇ ਖਿਆਲ ਨਾਲ ਮੇਰੇ ਜਿਹੜੇ ਦੋਸਤ ਨੇ ਆਮ ਆਦਮੀ ਪਾਰਟੀ ਤੋਂ, ਉਹਨਾਂ ਨੇ 15-20 ਵਾਰੀ ਇੱਕੋ ਹੀ ਸ਼ਬਦ ਯੂਜ਼ ਕੀਤਾ, ਪੁਰਾਣੀਆਂ ਸਰਕਾਰਾਂ, ਪੁਰਾਣੀਆਂ ਸਰਕਾਰਾਂ, ਪੁਰਾਣੀਆਂ ਸਰਕਾਰਾਂ। ਇਹਨਾਂ ਦੀ ਸਰਕਾਰ ਆਈ, ਸਿਕਿਉਰਿਟੀ ਸਭ ਤੋਂ ਪਹਿਲਾਂ ਵਾਪਸ ਕਿਹਨਾਂ ਨੇ ਲਈ? ਸਿਕਿਉਰਿਟੀ ਸਭ ਤੋਂ ਪਹਿਲਾਂ ਵਾਪਸ ਜਿਹੜੀ ਹੈ ਸਿੱਧੂ ਮੂਸੇਵਾਲੇ ਦੀ ਵੀ, ਹੋਰ ਕਈ ਨਾਮੀ ਹਸਤੀਆਂ ਦੀ ਇਹਨਾਂ ਨੇ ਸਿਕਿਉਰਿਟੀ ਵਾਪਸ ਲੈ ਕੇ ਬਕਾਇਦਾ ਤੌਰ ਦੇ ਉੱਤੇ ਉਹਦੀ ਲਿਸਟ ਪਬਲਿਸ਼ ਕੀਤੀ। ਸੋ ਸਭ ਤੋਂ ਵੱਡਾ ਜਿਹੜਾ ਕ੍ਰਾਈਮ ਹੈ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕੀਤਾ, ਜਿਹਦੇ ਵਿੱਚ ਕਿ ਜਿਹੜੇ ਗੁੰਡੇ ਸੀਗੇ, ਮੈਂ ਮੋਸਟਲੀ ਇਹਨਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਗੈਂਗਸਟਰ ਨੇ, ਤੁਸੀਂ ਕਹਿ ਰਹੇ ਨੇ ਪਹਿਲਾਂ ਤੋਂ ਇਹ ਪਨਪਦੀਆਂ ਆਈਆਂ ਚੀਜ਼ਾਂ, ਤੁਸੀਂ ਦੇਖੋ ਗੈਂਗਸਟਰ ਜ਼ਿਆਦਾਤਰ ਜਿਹੜੇ ਸੀਗੇ ਉਹਦੇ ਵਿੱਚ ਜਿੰਨੇ ਸ਼ੂਟਰ ਸੀ ਪੰਜਾਬ ਸਟੇਟ ਤੋਂ ਬਾਹਰਲੇ ਸੀ। ਦੇਖੋ, ਪੰਜਾਬ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਗੋਲੀਆਂ ਮਾਰ ਜਾਣਾ, ਉਹਦਾ ਇੰਨਾ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ, ਉਹ ਤਾਂ ਚਲੋ ਇੱਕ ਘਟਨਾ ਹੈਗੀ। ਉਸ ਦੀ ਘਟਨਾ ਦੇ ਵਿੱਚ ਹਥਿਆਰ ਯੂਜ਼ ਹੋਏ ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ। ਦੇਖੋ, ਇੱਕ ਹੀ 2-3 ਦਹਾਕਿਆਂ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ AK-47 ਦੇ ਰੌਂਦ ਸੁਣੇ ਨੇ।
ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਸੀਗੀ। ਦੂਸਰੀ ਗੱਲ ਕਿ ਜਦੋਂ ਕਿਸੇ ਦਾ ਜਵਾਨ ਜਹਾਨ ਪੁੱਤ ਇਸ ਤਰੀਕੇ ਨਾਲ ਜਾਂਦਾ, ਇਹਨਾਂ ਨੇ ਵਿੱਕੀ ਮਿੱਡੂ ਖੇੜਾ ਦੀ ਗੱਲ ਕੀਤੀ ਹੈ, ਉਹਨਾਂ ਦਾ ਵੀ ਦੁੱਖ ਹੈ, ਉਹਨਾਂ ਬਾਰੇ ਵੀ ਬਹੁਤ ਮਾੜੀ ਗੱਲ ਹੈ ਕਿ ਕਿਸੇ ਜਵਾਨ ਬੰਦੇ ਦੀ ਡੈਥ ਹੋ ਜਾਣੀ। ਇਹਨਾਂ ਨੇ ਇਹਦੇ ਵਿੱਚ ਕਿਹਾ ਕਿ ਇਹਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਜੀ ਦਾ ਜੋ ਵੀ ਕੇਸ ਚੱਲ ਰਿਹਾ ਉਹਦੇ ਵਿੱਚ ਇਹਨਾਂ ਦਾ ਪਿਛੋਕੜ ਦੇਖਿਆ ਜਾਵੇ, ਪਾਸਟ ਵੱਲ ਨੂੰ ਨਿਗਾਹ ਮਾਰੀ ਜਾਵੇ। ਸਿੱਧੂ ਮੂਸੇਵਾਲਾ ਇੱਕ ਸਿੰਗਰ ਸੀ, ਉਹਦੇ ਪਾਸਟ ਵੱਲ ਤੁਸੀਂ ਕੀ ਨਿਗਾਹ ਮਾਰੋਗੇ? ਸਿੱਧੂ ਮੂਸੇਵਾਲੇ ਦੇ ਪਾਸਟ ਦੇ ਵਿੱਚ ਤੁਸੀਂ ਕੀ ਨਿਗਾਹ ਮਾਰੋਗੇ? ਉਹ ਤਾਂ ਕਹਿ ਰਹੇ ਨੇ ਉਹਨਾਂ ਨੂੰ ਪਹਿਲਾਂ ਵੀ ਥ੍ਰੈਟ ਆਉਂਦੇ ਪਏ ਸੀਗੇ, ਪਰ ਉਹਨਾਂ ਨੂੰ ਸਿਕਿਉਰਿਟੀ ਦੇ ਕੇ ਰੱਖੀ ਸੀ, ਸਿਕਿਉਰਿਟੀ ਦਾ ਡਰ ਸੀਗਾ, ਗਨਮੈਨਾਂ ਦਾ ਡਰ ਸੀਗਾ। ਪਰ ਜਦੋਂ ਇਹ ਆਮ ਆਦਮੀ ਪਾਰਟੀ ਨੇ ਆਪਣੇ ਗਨਮੈਨ ਉਹਦੇ ਆਲੇ ਦੁਆਲਿਓਂ ਹਟਾ ਲਿਆ ਤਾਂ ਉਹ ਵਿਚਾਰੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਇਤੋਂ ਜਿਹੜੀ ਹੈ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸਾਫ਼ ਨਹੀਂ ਕਰ ਸਕਦੀ। ਦੂਸਰੀ ਗੱਲ, ਪੰਜਾਬ ਦੇ ਜਿੰਨੇ ਵੀ ਇੰਸੀਡੈਂਟ ਹੋਏ ਨੇ ਸਾਰਿਆਂ ਦੀ ਜਿਹੜੀ ਗ੍ਰਿਫਤਾਰੀ ਹੋਈ ਉਸ ਟਾਈਮ ਦੇ ਉੱਤੇ ਉਹ ਦਿੱਲੀ ਪੁਲਿਸ ਨੇ ਕੀਤੀ। ਪੰਜਾਬ ਪੁਲਿਸ ਨੇ ਉਸ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਕਲੂ ਹੀ ਨਹੀਂ ਇਹਨਾਂ ਨੇ ਲੱਭਣ ਦਿੱਤੇ। ਉਸ ਤੋਂ ਇਲਾਵਾ ਸਿਕਿਉਰਿਟੀ ਬ੍ਰੀਚ ਤੋਂ ਇਲਾਵਾ ਜੋ ਇਸ ਟਾਈਮ ਉਹ ਦੋਨੇ ਉਹਨਾਂ ਦੇ ਮਾਪੇ ਸਿੱਧੂ ਮੂਸੇਵਾਲੇ ਜੀ ਦੇ ਜੇ ਅੱਜ ਬਾਹਰ ਬੈਠੇ ਨੇ ਵਿਧਾਨ ਸਭਾ ਦੇ, ਦੇਖੋ ਸਿੱਧੂ ਮੂਸੇਵਾਲਾ ਜੀ ਸਿੰਗਰ ਹੋਣ ਦੇ ਨਾਲ ਨਾਲ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਵੀ ਰਹੇ ਨੇ। ਕਾਂਗਰਸ ਪਾਰਟੀ ਦੇ ਉਹਨਾਂ ਨੇ ਐਮਐਲਏ ਇਲੈਕਸ਼ਨ ਵੀ ਲੜੀ ਹੈ। ਇਸੇ ਕਰਕੇ ਹੀ ਮੈਂ ਸਵਾਲ ਪੁੱਛਿਆ ਸੀਗਾ, ਕਿਉਂਕਿ ਕਾਂਗਰਸ ਨਾਲ ਨਾਤਾ ਡੂੰਘਾ ਹੈ, ਤਾਲੁਕਾਤ ਪੁਰਾਣੇ ਨੇ, ਸਰਪੰਚੀ ਤੱਕ ਵੀ ਤਾਲੁਕਾਤ ਨੇ, ਵੀ ਕਾਂਗਰਸ ਇਸ ਨੂੰ ਆਪਣੇ ਮੁੜ ਰਿਵਾਈਵਲ ਦਾ ਔਰ ਸਰਵਾਈਵਲ ਦਾ ਇੱਕ ਜ਼ਰੀਆ ਤਾਂ ਨਹੀਂ ਬਣਾ ਰਹੀ? ਨਹੀਂ ਦੇਖੋ, ਮੈਨੂੰ ਇਹ ਚੀਜ਼ ਲੱਗਦਾ ਕਿ ਦੇਖੋ ਕਿਸੇ ਦਾ ਜਦੋਂ ਸਾਡੇ ਵੀ ਨਿਆਣੇ ਆ, ਤੁਹਾਡੇ ਵੀ ਨਿਆਣੇ, ਆਪਣੇ ਸਾਰਿਆਂ ਦੇ ਬੱਚੇ ਹੈਗੇ ਆ, ਕੋਈ ਵੀ ਮਾਪੇ ਜਿਹੜਾ ਹੈਗਾ ਆ ਕਿ ਆਪਣੇ ਬੱਚੇ ਨੂੰ ਪੋਲੀਟੀਕਲਾਈਜ਼ ਨਹੀਂ ਕਿਸੇ ਚੀਜ਼ ਲਈ ਕਰਦਾ। ਜਦੋਂ ਕਿਸੇ ਬੱਚੇ ਦੀ ਡੈਥ ਹੁੰਦੀ ਹੈ ਉਹਨੂੰ ਪੋਲੀਟੀਕਲਾਈਜ਼ ਨਹੀਂ, ਉਹ ਤਾਂ ਨਹੀਂ ਕਰਦਾ, ਪਰ ਪਾਰਟੀਆਂ ਨੂੰ ਤਾਂ ਮੁੱਦਾ ਚਾਹੀਦਾ ਹੁੰਦਾ, ਸਿਆਸਤਦਾਨਾਂ ਨੂੰ ਤੇ ਸਿਆਸੀ ਪਾਰਟੀਆਂ ਨੂੰ ਮੁੱਦੇ ਚਾਹੀਦੇ ਹੁੰਦੇ ਆ। ਦੇਖੋ ਇਹ ਮੁੱਦਾ ਜਿਹੜਾ ਹੈਗਾ ਇਹ ਸਿਆਸੀ ਮੁੱਦਾ, ਕਿਉਂਕਿ ਸਿਆਸੀ ਪਾਰਟੀਆਂ ਜਾਣਦੀਆਂ ਨੇ, ਸਿਆਸੀ ਜਮਾਤਾਂ ਇਹ ਗੱਲ ਭਲੀ ਭਾਂਤ ਜਾਣਦੀਆਂ ਨੇ ਕਿ ਉਹ ਸਿੱਧੂ ਮੂਸੇਵਾਲੇ ਦੇ ਨਾਲ ਬਹੁਤ ਵੱਡਾ ਤਾਦਾਦ ਦੇ ਵਿੱਚ ਲੋਕ ਉਹਦੇ ਨਾਲ ਜੁੜੇ ਹੋਏ ਆ। ਉਹਦੇ ਕਤਲ ਨੇ ਬਹੁਤ ਲੋਕਾਂ ਦੇ ਹਿਰਦੇ ਵਲੂੰਧਰੇ ਆ। ਡੈਫੀਨੇਟਲੀ ਜਿਹੜਾ ਉਹਦੇ ਨਾਲ ਖੜੇਗਾ, ਉਹਦੇ ਹੱਕ ਦੀ ਆਵਾਜ਼ ਬੁਲੰਦ ਕਰੇਗਾ, ਉਹ ਬਹੁਤ ਕੁਝ ਸੇਕ ਵੀ ਰਿਹਾ ਤੇ ਅੱਗੇ ਵੀ ਆਪਣਾ ਭਵਿੱਖ ਉਹਦੇ ਜ਼ਰੀਏ ਬਹੁਤ ਕੁਝ ਦੇਖਦਾ। ਨਹੀਂ, ਇਹ ਗੱਲ ਬਿਲਕੁਲ ਨਹੀਂ ਸਹੀ ਕਿ ਆਪਾਂ ਉਹਨਾਂ ਦੇ ਤੋਂ ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਤਰੀਕੇ ਦੇ ਨਾਲ ਬਿਲਕੁਲ ਨਹੀਂ ਹੈ। ਦੇਖੋ ਸਿੱਧੂ ਮੂਸੇਵਾਲਾ ਦਾ ਜਿਹੜਾ ਇੱਕ ਐਪੀਸੋਡ ਪੰਜਾਬ ਦੇ ਵਿੱਚ ਹੋਇਆ ਉਹਦੇ ਨਾਲ ਕੱਲੀ ਕਾਂਗਰਸ ਪਾਰਟੀ ਨਹੀਂ ਖੜੀ ਹੋਈ। ਤੁਸੀਂ ਦੇਖ ਸਕਦੇ ਹੋ ਸੰਗਰੂਰ ਦੇ ਜਿਹੜੇ ਐਮਪੀ ਬਣੇ ਨੇ ਉਹ ਕਾਂਗਰਸ ਪਾਰਟੀ ਤੋਂ ਤਾਂ ਹੈ ਨਹੀਂ ਸੀਗੇ, ਉਹ ਵੀ ਉਹਨਾਂ ਦੇ ਨਾਲ ਖੜੇ ਹੋਏ ਨੇ। ਉਸ ਤੋਂ ਇਲਾਵਾ ਹੋਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਖੜੀਆਂ ਹੋਈਆਂ ਨੇ। ਸੋ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਸਿੱਧੂ ਮੂਸੇਵਾਲੇ ਦੀ ਮੈਂ ਗੱਲ ਕੀਤੀ ਹੈ ਵੀ ਕਾਂਗਰਸ ਇਸ ਕੇਸ ਦੇ ਵਿੱਚ, ਪਾਰਟਿਕੂਲਰ ਇਸ ਕੇਸ ਦੇ ਵਿੱਚ ਬਹੁਤ ਦਿਲਚਸਪੀ ਦਿਖਾ ਰਹੀ ਹੈ। ਕਤਲ ਤਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਹੋਏ ਨੇ ਔਰ ਜੇਲ੍ਹ ਦੇ ਵਿੱਚ ਫਸਟ ਟਾਈਮ ਕੋਈ ਮਰਡਰ ਨਹੀਂ ਹੋਇਆ। ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਕਤਲ ਵੀ ਤਾਂ ਜੇਲ੍ਹ ਦੇ ਵਿੱਚ ਹੀ ਹੋਇਆ ਸੀਗਾ। ਹੋਰ ਬਹੁਤ ਕਤਲ ਪੰਜਾਬ ਦੀ ਸਰਜ਼ਮੀਂ ਤੇ ਹੁੰਦੇ ਰਹੇ। ਜੇਕਰ ਇਨਸਾਫ ਦੀ ਗੱਲ ਕਰਦੇ ਹੋ, ਤੁਹਾਡੀ ਸਰਕਾਰ ਬਰਗਾੜੀ ਬਹਿਬਲ ਕਲਾਂ ਦਾ ਕੋਟਕਪੂਰੇ ਦਾ ਇਨਸਾਫ ਦੇਣ ਦੇ ਵਾਅਦੇ ਦੇ ਉੱਤੇ ਬੇਸਿਕਲੀ ਵੱਡਾ ਵਾਅਦਾ ਸੀ ਜਿਹਦੇ ਸਰਕਾਰ ਬਣੀ। ਇਨਸਾਫ ਤਾਂ ਕਾਂਗਰਸ ਸੋਚ ਵੀ ਨਹੀਂ ਦੇ ਸਕੀ। ਨਹੀਂ ਦੇ ਸਕੀ ਤਾਂ ਲੋਕਾਂ ਨੇ ਸਾਈਡ ਤੇ ਕਰਤਾ ਨਾ। ਜੇ ਬਰਗਾੜੀ ਕਾਂਡ ਦੇ ਵਿੱਚ, ਬਹਿਬਲ ਕਲਾਂ ਕਾਂਡ ਦੇ ਵਿੱਚ ਜੇ ਕਾਂਗਰਸ ਪਾਰਟੀ ਤੇ ਕੋਲੋਂ ਇਨਸਾਫ ਨਹੀਂ ਦਵਾ ਹੋਇਆ ਤਾਂ ਲੋਕਾਂ ਨੇ 92 ਵਿਧਾਇਕ ਜਿਤਾਏ ਵੀ ਫਿਰ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ ਨਹੀਂ ਜਿਤਾਏ, ਕਿਉਂਕਿ ਉਹ ਇੱਕ ਜਿਹੜੀ ਬਹਿਬਲ ਕਲਾਂ ਕਾਂਡ ਸੀਗਾ ਉਹ ਇੱਕ ਐਪੀਸੋਡ ਅਲੱਗ ਸੀਗਾ। ਉਹਨੂੰ ਆਪਾਂ ਜਿਹੜਾ ਜੋ ਸਿੱਧੂ ਮੂਸੇਵਾਲਾ ਜੀ ਨਾਲ ਵਾਪਰਿਆ ਉਹ ਇੱਕ ਡਿਫਰੈਂਟ ਥਿੰਗ ਹੈ। ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਉਹ ਇੱਕ ਅਲੱਗ ਥਿੰਗ ਹੈ। ਉਹਦੇ ਵਿੱਚ ਕੀ ਸੀ? ਉਹਦੇ ਵਿੱਚ ਸਰਕਾਰਾਂ ਇਨਵੋਲਵ ਸੀਗੀਆਂ। ਉਹਦੇ ਵਿੱਚ ਕੀ ਸੀਗਾ? ਉਹਦੇ ਵਿੱਚ ਜਿਹੜਾ ਸਾਡਾ ਪ੍ਰਸ਼ਾਸਨਿਕ ਤਾਣਾ ਬਾਣਾ, ਪ੍ਰਸ਼ਾਸਨ ਤੋਂ ਗੋਲੀਆਂ ਚੱਲੀਆਂ ਸੀਗੀਆਂ। ਇਹਦੇ ਵਿੱਚ ਤਾਂ ਦੇਖੋ ਜਿਹੜਾ ਸਿੱਧੂ ਮੂਸੇਵਾਲਾ ਸੀ, ਸਟੇਟ ਤੋਂ ਬਾਹਰੋਂ ਸ਼ੂਟਰਾਂ ਨੇ ਆ ਕੇ ਜਿਹੜਾ ਸਿੱਧੂ ਮੂਸੇਵਾਲੇ ਦੇ ਉੱਤੇ ਗੋਲੀਆਂ ਚਲਾਈਆਂ ਤੇ ਉਹ ਵੀ ਕੋਈ ਛੋਟੇ-ਮੋਟੇ ਵੈਪਨਾਂ ਨਾਲ ਨਹੀਂ। ਚਲੋ ਮੈਂ ਗੋਸ਼ਾ ਜੀ ਨੂੰ ਇਸ ਚਰਚਾ ਦੇ ਵਿੱਚ ਜੋੜਦਾ। ਗੋਸ਼ਾ ਜੀ, ਗੱਲ ਇਹ ਹੈ ਉਹ ਬਾਹਰੋਂ ਬੰਦੇ ਆਏ ਸੀਗੇ ਔਰ ਇਹ ਗੱਲ ਪ੍ਰੂਵ ਹੋ ਚੁੱਕੀ ਹੈ, ਪੁਖਤਾ ਸਾਡੇ ਕੋਲ ਐਵੀਡੈਂਸ ਨੇ ਕਿ ਜੇਲ੍ਹ ਦੇ ਅੰਦਰੋਂ ਸਾਰੀ ਸਾਜ਼ਿਸ਼ ਰਚੀ ਜਾਂਦੀ ਹੈ। ਜੇਲ੍ਹ ਕਿੱਥੇ ਹੈ? ਦਿੱਲੀ 'ਚ ਹੈ, ਤਿਹਾੜ ਜੇਲ੍ਹ। ਤੇ ਪੁਲਿਸ ਜਿਹੜੀ ਹੈ ਉਹ ਕਿਹਦੇ ਅੰਡਰ ਆਉਂਦੀ ਹੈ ਤੇ ਉਹ ਕੰਟਰੋਲ ਕਿਹਦੇ ਅੰਡਰ ਆਉਂਦਾ, ਮੈਂ ਇਹਨੂੰ ਦੁਹਰਾਉਣਾ ਨਹੀਂ ਚਾਹੁੰਦਾ। ਤੇ ਉਹ ਬੰਦੇ ਇੱਥੋਂ ਜਿਹੜਾ ਹੈ ਲਗਾਤਾਰ ਰੇਕੀ ਕਰਦੇ ਰਹੇ। ਸਾਡੀ ਜਿਹੜੀਆਂ ਏਜੰਸੀ ਸੀਗੀਆਂ ਉਹਨਾਂ ਨੇ ਇਨਪੁਟ ਦਿੱਤੀ ਜਾਂ ਨਹੀਂ ਦਿੱਤੀ? ਜੇ ਦਿੱਤੀ ਫਿਰ ਅਮਲ ਕਿਉਂ ਨਹੀਂ ਹੋਇਆ? ਜੇ ਨਹੀਂ ਦਿੱਤੀ ਤਾਂ ਕਿਉਂ ਨਹੀਂ ਦਿੱਤੀ? ਕਿਉਂਕਿ ਉਸ ਤੋਂ ਬਾਅਦ ਤਾਂ ਬਹੁਤ ਪੈੜ ਨੱਪੀ ਗਈ ਦਿੱਲੀ ਪੁਲਿਸ ਦੇ ਵੱਲੋਂ, ਹੋਰਾਂ ਦੇ ਵੱਲੋਂ, ਪਰ ਉਦੋਂ ਪਹਿਲਾਂ ਇਹ ਐਡੀ ਵੱਡੀ ਵਾਰਦਾਤ ਹੋਣੋਂ ਵੀ ਟਲ ਸਕਦੀ ਸੀ, ਬਚਿਆ ਜਾ ਸਕਦਾ ਸੀ।
ਬਿਲਕੁਲ ਬਾਲ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਈ ਚੀਜ਼ਾਂ ਤੋਂ ਬਚਿਆ ਜਾ ਸਕਦਾ ਸੀ, ਪਰ ਇਹਦੇ ਤੁਸੀਂ ਦੇਖਣਾ ਪੈਣਾ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਮੇਰਾ ਇੱਕ ਪੋਲੀਟੀਕਲ ਰਿਲੇਸ਼ਨ ਛੱਡੀਏ, ਮੇਰਾ ਇੱਕ ਵੈਸੇ ਵੀ ਇੱਕ ਦੋਸਤਾਨਾ ਰਿਲੇਸ਼ਨ ਸੀ ਉਸ ਬੰਦੇ ਦੇ ਨਾਲ। ਮੈਂ ਕਾਫੀ ਵਾਰੀ ਮਿਲ ਚੁੱਕਾ ਸੀਗਾ, ਬੰਦੇ ਦਾ ਸੁਭਾਅ ਬੜਾ ਅੱਛਾ ਸੀਗਾ। ਉਹਨੇ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਬੜਾ ਉੱਚਾ ਕੀਤਾ ਸੀਗਾ। ਇਹ ਕੋਈ ਮਾੜੀ ਮੋਟੀ ਘਟਨਾ ਨਹੀਂ ਹੈ। ਆਪਾਂ ਇਹਨੂੰ ਠੀਕ ਹੈ, ਲੋਕੀ ਸਿਆਸਤ ਕਰਦੇ ਆ, ਮੌਤ ਦੇ ਉੱਤੇ ਸਿਆਸਤ ਪੋਲੀਟੀਕਲ ਪਾਰਟੀਆਂ ਦਾ ਏਜੰਡੇ ਬਣ ਚੁੱਕੇ ਆ, ਪਰ ਇਹਦੇ ਵਿੱਚ ਇੱਕ ਚੀਜ਼ ਸਮਝਣੀ ਪੈਣੀ ਹੈ, ਕਿਉਂਕਿ ਮੈਂ ਉਹਨਾਂ ਦੇ ਪਿਤਾ ਬਲਕਾਰ ਸਿੰਘ ਜੀ ਨੂੰ ਵੀ ਜਾਣਦਾ, ਬਲਕੌਰ ਜੀ ਨੂੰ, ਦਰਸ਼ਨ ਕੌਰ ਉਹਨਾਂ ਦੀ ਮਾਤਾ ਜੀ ਨੂੰ ਵੀ ਜਾਣਦਾ, ਜਿਹੜੇ ਅੱਜ ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋ ਗਏ ਆ। ਉਹ ਪੋਲੀਟੀਕਲ ਭੇਡ ਨਹੀਂ ਛੱਡ ਰਹੇ, ਉਹਨਾਂ ਦਾ ਦੁੱਖ ਦਰਦ ਨਜ਼ਰ ਆ ਰਿਹਾ। ਹੁਣ ਗੱਲ ਕੀਤੀ ਜਾਂਦੀ ਆ ਬਾਹਰੋਂ ਆਏ ਸੀ ਬੰਦੇ, ਅੰਦਰੋਂ ਆਏ ਸੀਗੇ। ਪਹਿਲਾਂ ਤਾਂ ਇਹ ਮੈਂ ਪੁੱਛਣਾ ਚਾਹੁੰਦਾ, ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਵੀ ਇਹਦੀ ਜਿਹੜੀ ਰਚਨਾ ਆ ਇਹਨੂੰ ਪਾਸਟ 'ਚ ਜਾਣਾ ਪਊਗਾ। ਇਹ ਗੱਲ ਕਹਿ ਕੇ ਆਪਾਂ ਕੀ ਇਮਾਨਦਾਰੀ ਵਾਲੇ ਵਰਡ ਨਿਭਾ ਰਹੇ ਆ, ਜਦ ਆਪਾਂ ਸਰਕਾਰ 'ਚ ਆ ਗਏ। ਜੇ ਆਪਾਂ ਨੂੰ ਲੱਗਦਾ ਸੀਗਾ ਵੀ ਗੈਂਗਸਟਰ ਕਲਚਰ ਇੱਥੇ ਜ਼ਿਆਦਾ ਆ, ਤੇ ਵਾਅਦੇ ਤਾਂ ਆਪਾਂ ਕੀਤੇ ਸੀ ਨਾ ਪੰਜਾਬ ਦੀ ਜਨਤਾ ਨੂੰ ਵੀ ਆਪਾਂ ਕੀ ਡਿਲੀਵਰ ਕਰਾਂਗੇ। ਸਭ ਤੋਂ ਜ਼ਿਆਦਾ ਹਾਈਲਾਈਟ ਜਿਹੜਾ ਥ੍ਰੈਟ ਸੀਗਾ ਇਹਨਾਂ ਨੂੰ ਹੀ ਸੀਗਾ, ਮੂਸੇਵਾਲਾ ਜੀ ਨੂੰ। ਸਾਰਿਆਂ ਨੂੰ ਪਤਾ ਪੰਜਾਬ 'ਚ ਜਿੰਨਿਆਂ ਨੂੰ ਥ੍ਰੈਟ ਸੀਗਾ ਉਹ ਤੋਂ ਸਭ ਤੋਂ ਵੱਧ ਇਹਨਾਂ ਨੂੰ ਸੀਗਾ। ਤੇ ਆਮ ਆਦਮੀ ਪਾਰਟੀ ਨੂੰ ਕਿਹੜੀ ਕਾਲੀ ਪੈ ਗਈ ਸੀ ਉਹਦੀ ਸਿਕਿਉਰਿਟੀ ਵਿਦਡਰਾ ਕਰਨ ਦੀ, ਘਟਾਉਣ ਦੀ, ਜਾਂ ਉਹ ਜਿਹੜੀ ਸਿਕਿਉਰਿਟੀ ਦਾ ਘਟਾਈ ਉਹਨੂੰ ਜਨਤਕ ਕਰਨ ਦੀ। ਉਹਨੂੰ ਜਨਤਕ ਕਰਨ ਦੇ ਵਿੱਚ ਦੇਖੋ, ਗ੍ਰਹਿ ਮੰਤਰੀ ਸਾਡੇ ਭਗਵੰਤ ਮਾਨ ਜੀ ਹੈ, ਉਹਨਾਂ ਦੀ ਡਿਊਟੀ ਬਣਦੀ ਸੀ। ਏਦਾਂ ਦਾ ਕੰਮ ਨਾ ਹੁੰਦਾ ਕੀ ਆਪਣੀ ਜ਼ਿੰਮੇਵਾਰੀ ਨਹੀਂ ਬਣਦੀ? ਆਪਾਂ ਇਹਨੂੰ ਜ਼ਿੰਮੇਵਾਰੀ ਤੋਂ ਆਪਾਂ ਭੱਜ ਸਕਦੇ ਕਿ ਇਹ ਇਮਾਨਦਾਰੀ ਵਾਲੇ ਸ਼ਬਦ ਹੈ ਕਿ ਪਿੱਛੇ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਦੂਜੀ ਗੱਲ ਹੈ, ਉਹਦੇ ਪਿਤਾ ਜੀ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਗੂੰਗੀ ਬੋਲੀ ਸਰਕਾਰ, ਵੀ ਜਿਨ੍ਹਾਂ ਨੂੰ ਅਸੀਂ ਇਹ ਮਾਸਟਰਮਾਈਂਡ ਨਹੀਂ ਹੈਗੇ ਜਿਹੜੇ ਫੜੇ ਗਏ ਆ, ਜਿਹੜੇ ਇਹ ਫੜੇ ਗਏ ਕਰਿੰਦੇ ਆ, ਵੀ ਅਸੀਂ ਇਹਨਾਂ ਨੂੰ ਨਾਮ ਵੀ ਦਿੱਤੇ ਵੀ ਫਲਾਣੇ ਨੂੰ ਫੜ ਲਓ, ਫਲਾਣੇ ਨੂੰ ਫੜ ਲਓ, ਵੀ ਉਹ ਅੱਜ ਤੱਕ ਫੜੇ ਕਿਉਂ ਨਹੀਂ ਜਾ ਰਹੇ? ਇਹਦੇ ਵਿੱਚ ਵੀ ਕੀ ਤਾਕਰੀਆਂ? ਇਹਦੇ ਵਿੱਚ ਅੱਗੇ ਤਾਂ ਕੇਜਰੀਵਾਲ ਸਾਹਿਬ ਬਾਰ-ਬਾਰ, ਧਾਲੀਵਾਲ ਸਾਹਿਬ ਕਹਿ ਦਿੰਦੇ ਸੀ ਕਿ ਦਿੱਲੀ ਦੀ ਪੁਲਿਸ ਸਾਡੇ ਕੋਲ ਨਹੀਂ ਹੈਗੀ। ਪੰਜਾਬ 'ਚ ਤਾਂ ਪੂਰਨ ਰਾਜ ਹੈ ਨਾ, ਪੰਜਾਬ ਦੀ ਪੁਲਿਸ ਨੂੰ ਕਿਸੇ ਨੇ ਬੰਨਿਆ ਤਾਂ ਨਹੀਂ ਹੋਇਆ। ਤੁਸੀਂ ਉਹਨਾਂ ਨੂੰ ਆਰਡਰ ਦਿਓ ਵੀ ਜੇ ਉਹਨਾਂ ਦੇ ਮਾਤਾ ਪਿਤਾ ਕਹਿ ਰਹੇ ਫਲਾਣੇ ਨੂੰ, ਉਹਨੂੰ ਫੜ ਕੇ ਬੁਲਾਇਆ ਜਾਵੇ, ਪੁੱਛਗਿੱਛ ਕੀਤੀ ਜਾਵੇ, ਪਰ ਇਹਨਾਂ ਨੇ ਉਹ ਕੰਮ ਕਰਨ 'ਚ ਜ਼ਹਿਨ ਨਹੀਂ ਕੀਤਾ। ਸਿਰਫ ਹੁਣ ਅੱਜ ਇਹ ਗੱਲ ਕਹਿ ਦੇਣੀ ਕਿ ਇਹਨੂੰ ਪਾਸਟ ਦੇ ਵਿੱਚ ਆਓ, ਇਹ ਅਫਸੋਸ ਦੀ ਗੱਲ ਹੈ। ਤੇ ਦੂਜੀ ਗੱਲ, ਸੀਐਮ ਸਾਹਿਬ ਭਗਵੰਤ ਮਾਨ ਨੂੰ ਕੀ ਗੱਲ, ਕਤਲ ਹੋਣ ਤੋਂ ਬਾਅਦ ਉਹਦਾ ਘਰ ਨਹੀਂ ਦਿਖਿਆ ਸੀਗਾ, ਜਾਣਾ ਨਹੀਂ ਚਾਹੀਦਾ ਸੀ, ਅਫਸੋਸ ਨਹੀਂ ਸੀਗਾ? ਇਹਦਾ ਮਤਲਬ ਇਹਨਾਂ ਨੂੰ ਅਫਸੋਸ ਨਹੀਂ ਸੀਗਾ। ਇੱਕ ਗੱਲ ਹੋਰ ਮੈਂ ਗੱਲ ਕਰ ਦਿੰਦਾ, ਇਹ ਕਹਿੰਦੇ ਬੜੇ ਮਾਸਟਰਮਾਈਂਡ ਨਾਲ ਪਹਿਲਾਂ ਹੀ ਤਿਆਰੀ ਕੀਤੀ। ਕਿ ਮੈਂ ਇਹਨੂੰ ਪਤਾ ਕੀ ਕਹਿਣਾ, ਦੇਖੋ ਮੈਨੂੰ ਇਹ ਸ਼ੱਕ ਹੈ ਵੀ ਸਟੇਜ ਮੈਨਿੰਗ ਕਿਲਿੰਗ ਹੈ ਇਹ, ਪੂਰੀ ਪਲੈਨਿੰਗ ਕਰਕੇ ਪੋਲੀਟੀਕਲ ਸਿਸਟਮ ਦੇ ਹਿਸਾਬ ਨਾਲ। ਉਹਨਾਂ ਦੇ ਵਿਰੋਧੀ ਦੁਸ਼ਮਣ ਕੌਣ ਸੀ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਚੀਜ਼ ਹੋਰ, ਜੋ ਕਾਂਡ ਹੁਣ ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਪ੍ਰਕਰਨ ਹੋਇਆ, ਇਹ ਇਕੱਲਾ ਨਹੀਂ, ਇਸ ਤੋਂ ਬਾਅਦ ਵੀ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਅੰਬੀਆ ਸਾਹਿਬ ਦਾ ਕਤਲ ਨਹੀਂ ਹੋਇਆ, ਉਸ ਤੋਂ ਬਾਅਦ ਕੀ ਕਤਲ ਨਹੀਂ ਹੋ ਰਹੇ, ਕੀ ਥਾਣਿਆਂ ਤੇ ਹਮਲੇ ਨਹੀਂ ਹੋ ਰਹੇ, ਕੀ ਬੰਬ ਧਮਾਕੇ ਨਹੀਂ ਹੋ ਰਹੇ? ਇਹ ਵਜ੍ਹਾ ਕੀ ਹੈ? ਇਹ ਸੰਭਾਲਣਾ ਕਿੰਨੇ ਹੈ? ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲਣਾ ਕਿੰਨੇ ਹੈ? ਆਪਾਂ ਬਾਰ-ਬਾਰ ਦੇਖੋ, ਧਾਲੀਵਾਲ ਸਾਹਿਬ ਆਪਾਂ ਬਾਰ-ਬਾਰ ਕਹਿੰਦੇ ਸੀ ਕਿ ਅਸੀਂ ਪੂਰਨ ਰਾਜ ਲਾਂਗੇ, ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ। ਅੱਜ ਇਨਸਾਫ ਨੂੰ 10 ਮਹੀਨੇ ਹੋ ਗਏ, 29 ਮਈ 2022 ਦਾ ਘਰ ਹੈ। ਅੱਜ ਸਰਕਾਰ ਤੁਹਾਡੀ ਹੁਣ ਦਿੱਲੀ ਦੀ ਪੁਲਿਸ ਨੇ ਤਾਂ ਤੁਹਾਨੂੰ ਫੜ ਕੇ ਦਿੱਤੇ ਆ, ਤੁਸੀਂ ਫੜ ਕੇ ਦਿੱਤੇ, ਤੁਸੀਂ ਭਜਾ ਵੀ ਦਿੱਤੇ, ਕੁਝ ਐਨਕਾਊਂਟਰ ਕਰਤੇ। ਮੈਨੂੰ ਐ ਲੱਗਦਾ ਸੱਚਾਈ ਨੂੰ ਦਬਾਇਆ ਜਾ ਰਿਹਾ, ਤੇ ਉਹੀ ਸ਼ੱਕ ਉਹਦੇ ਪਰਿਵਾਰ ਨੂੰ ਹੈ। ਉਹਦੇ ਪਰਿਵਾਰ ਨੂੰ ਸੈਟੀਸਫਾਈਡ ਕਰੋ ਨਾ, ਸਾਨੂੰ ਸੈਟੀਸਫਾਈ ਕਰਨ ਦੀ ਲੋੜ ਨਹੀਂ, ਸਾਨੂੰ ਸੈਟੀਸਫਾਈਡ ਨਾ ਕਰੋ, ਤੁਸੀਂ ਉਹਦੇ ਪਰਿਵਾਰ ਨੂੰ ਸੈਟੀਸਫਾਈ ਕਰੋ, ਜਿਹੜੇ ਅੱਜ ਉਹ ਵਿਚਾਰੇ ਕਿੰਨੂੰ ਜ਼ਰੂਰਤ ਹੈ। ਦੇਖੋ ਕਦੀ ਉਹਦੇ ਜਾ ਕੇ ਉਹਦੇ ਘਰ ਜਗ੍ਹਾ, ਮੈਂ ਉਹਨਾਂ ਦੇ ਘਰ ਗਿਆ, ਮੌਤ ਤੋਂ ਬਾਅਦ ਵੀ ਘਰ ਗਿਆ, ਉਹਦੇ ਘਰੇ ਦਬਾਉਣ ਨਾਲ ਕੀ ਫਾਇਦਾ ਹੋਏਗਾ? ਗੋਸ਼ਾ ਜੀ ਤੁਸੀਂ ਕਹਿ ਰਹੇ ਹੋ ਕਿ ਦਬਾਇਆ ਜਾ ਰਿਹਾ, ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੀ ਫਾਇਦਾ ਹੋਊਗਾ ਸਰਕਾਰ ਨੂੰ? ਫਾਇਦਾ ਹੋ ਸਕਦਾ ਕੋਈ ਪੋਲੀਟੀਕਲ, ਮੈਂ ਤਾਂ ਕਹਿ ਰਿਹਾ ਸਟੇਜ ਮੈਨੇਜ ਕਿਲਿੰਗ ਹੈ, ਕੋਈ ਤਿਆਰੀ ਕਰਕੇ ਕੀਤੀ ਗਈ ਆ। ਉਹਨਾਂ ਨੇ ਜਿਹਨਾਂ ਨੂੰ ਨਹੀਂ ਵਿਰੋਧੀ ਪਸੰਦ ਸੀ ਉਹਦੀ ਆਵਾਜ਼ ਬੰਦ ਕਰ ਦਿੱਤੀ ਗਈ, ਜਿਹਨਾਂ ਨੂੰ ਨਹੀਂ ਲੱਗਦਾ ਸੀ ਇਹ ਆਵਾਜ਼ ਬੁਲੰਦ ਕਰ ਰਿਹਾ ਪੰਜਾਬ ਦੀ, ਉਹਨਾਂ ਨੂੰ ਬੰਦ ਕਰ ਦਿੱਤੀ ਗਈ। ਇਹ ਤਾਂ ਹੁਣ ਜਾਂਚ ਦਾ ਵਿਸ਼ਾ ਨਾ, ਅੱਜ ਤਾਂ ਸ਼ੱਕ ਜ਼ਾਹਿਰ ਕਰ ਰਿਹਾ ਵੀ ਇਹ ਬਾਹਰ ਆਣੇ ਚਾਹੀਦੇ ਆ। ਇਹ ਜਿਹੜਾ ਵੀ ਦੇਖੋ, ਚਲੋ ਤੁਸੀਂ ਸਵਾਲ ਰੇਜ਼ ਕੀਤਾ, ਉਹ ਜਵਾਬ ਦੇ ਰਹੇ ਆ, ਆਪਾਂ ਇੱਕ ਵਾਰੀ ਉਹਨਾਂ ਦਾ ਜਵਾਬ ਲੈ ਲਈਏ। ਹਾਂਜੀ ਗਗਨ ਜੀ। ਨਹੀਂ, ਇੱਕ ਚੀਜ਼ ਦਾ ਜਵਾਬ ਨਾਲ ਹੋਰ ਦੇ ਦੇਣ, ਗੋਲਡੀ ਬਰਾੜ ਦੀ ਗ੍ਰਿਫਤਾਰੀ ਦੇ ਕਹਿੰਦੇ ਸੀ ਗ੍ਰਿਫਤਾਰੀ ਹੋ ਗਈ, ਅਸੀਂ ਲੈ ਕੇ ਆ ਰਹੇ, ਭਗਵੰਤ ਮਾਨ ਨੇ ਫਟਾਫਟ ਟਵੀਟ ਕਰਤਾ। ਇਹ ਕੀ ਚੱਲ ਰਿਹਾ ਹੈ? ਇਹ ਕੋਈ ਬੱਚਿਆਂ ਦੀ ਖੇਡ ਚੱਲ ਰਹੀ ਹੈ? ਤੁਸੀਂ ਹਰ ਗੱਲ ਨੂੰ, ਕੱਲ ਵੀ ਤੁਸੀਂ ਦੇਖਿਆ ਵਿਧਾਨ ਸਭਾ ਦੇ ਸੱਤਰ 'ਚ ਕੀ ਹੋ ਰਿਹਾ। ਆਪਾਂ ਡਰਾਮੇਬਾਜ਼ੀ ਛੱਡ ਕੇ ਕਿਉਂ ਨਹੀਂ ਆਪਾਂ ਚਾਹੁੰਦੇ ਕਿ ਆਪਾਂ ਇਨਸਾਫ ਮਿਲੇ ਲੋਕਾਂ ਨੂੰ? ਤੁਹਾਨੂੰ 92 ਐਮਐਲਏ ਦਿੱਤੇ ਯਾਰ, ਠੀਕ ਹੈ, 3 ਐਮਐਲਏ ਤੁਹਾਡੇ ਕਰਪਸ਼ਨ 'ਚ 99 ਰਹਿ ਗਏ, ਪਰ ਘੱਟੋ ਘੱਟ ਤੁਹਾਡੇ ਇੰਨੀ ਮੈਜੋਰਟੀ ਹੈ, ਤੁਸੀਂ ਘੱਟੋ ਘੱਟ ਇਨਸਾਫ ਤਾਂ ਦਿਓ। ਅੱਜ ਵੀ ਤੁਹਾਨੂੰ ਥਰ ਤੁਸੀਂ ਤਾਂ ਕਹਿੰਦੇ ਸੀ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਪਊਗਾ, ਕਿਸੇ ਨੂੰ ਧਰਨੇ ਨਹੀਂ ਲਾਣੇ ਪਊਗੇ, ਫਿਰ ਲਾਣੇ ਪੈ ਰਹੇ ਨਾ। ਇਹ ਤਾਂ ਤੁਸੀਂ ਸੋਚਣਾ ਪੈਣਾ ਗਗਨ ਜੀ, ਸਿਰਫ ਇਹ ਪਾਸ ਕਹਿ ਕੇ ਤੁਸੀਂ ਨਹੀਂ ਬਚ ਸਕਦੇ, ਇਮਾਨਦਾਰੀ ਵਾਲੇ ਵੱਢ ਨਹੀਂ ਹੈਗੇ। ਨਹੀਂ, ਤੁਸੀਂ ਗੋਸ਼ਾ ਦੀ ਜਵਾਬ ਲੈ ਲਓ। ਦਿਓ ਕੀ ਲੱਗਦਾ ਕ੍ਰਾਈਮ ਦੇ ਵਿੱਚ ਕੱਲਾ ਪੰਜਾਬ ਇਨਵੋਲਡ ਹੈ? ਪੰਜਾਬ ਦੇ ਟੈਂਟੀਕਲਸ, ਐਂਕਰ ਸਾਹਿਬ ਨੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਕੀ ਕਿਹਾ? ਪੂਰੀ ਘਟਨਾ ਦੀ ਜਿਹੜੀ ਰਚਨਾ ਕਿੱਥੇ ਰਚੀ ਗਈ? ਦਿੱਲੀ ਜੇਲ੍ਹ ਦੇ ਵਿੱਚ। ਤੁਸੀਂ ਉਹਦਾ ਜਵਾਬ ਨਹੀਂ ਦਿੱਤਾ, ਕਿਉਂ ਨਹੀਂ ਦਿੱਤਾ ਮੈਨੂੰ ਨਹੀਂ ਪਤਾ, ਉਹਦਾ ਕਾਰਨ ਕੀ ਹੈ। ਦੂਜਾ, NIA ਵੱਲੋਂ ਸਟੇਟਮੈਂਟ ਆਉਂਦੀ ਹੈ ਕਿ ਗੋਲਡੀ ਬਰਾੜ ਨਾਲ ਐਕਸਟ੍ਰੈਡੀਸ਼ਨ ਕਰਕੇ ਹਿੰਦੁਸਤਾਨ ਲੈ ਕੇ ਆਇਆ ਜਾਏਗਾ।
ਮੈਨੂੰ ਲੱਗਦਾ ਤੁਹਾਨੂੰ ਅਵੇਅਰਨੈਸ ਹੀ ਹੈ ਨਹੀਂ ਕਿ NIA ਤੁਹਾਨੂੰ ਅਵੇਅਰਨੈਸ ਹੀ ਹੈਗੀ, ਤੁਹਾਨੂੰ ਤੁਹਾਡੇ ਭਗਵੰਤ ਮਾਨ ਜੀ ਜਵਾਬ ਲੈ ਲਓ ਜਵਾਬ ਲੈ ਲਓ। ਛੱਡ ਦੇਣਾ ਤੀਜੀ ਚੀਜ਼ ਜਿਹੜੇ ਕਹਿ ਰਹੇ ਲੈ ਕੇ ਕਿੰਨੇ ਕਿ ਆ ਰਹੇ ਆ। ਤੀਜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਸਿਕਿਉਰਿਟੀ ਦੀ ਜਿਹੜੀ ਇਨਫੋਰਮੇਸ਼ਨ ਆ ਪਬਲਿਕ ਕੀਤੀ ਗਈ 2022 ਤੇ 23 ਦੇ ਵਿੱਚ ਕੇਂਦਰ ਦੀ ਸਰਕਾਰ ਬਾਰ-ਬਾਰ ਇਹ ਚੀਜ਼ਾਂ ਨੂੰ ਪਬਲਿਕ ਕਰਦੀ ਹੈ ਕਿ ਅਸੀਂ ਕਿੰਦੀ ਸਿਕਿਉਰਿਟੀ ਵਿਡਰਾਅ ਕੀਤੀ, ਰਾਹੁਲ ਗਾਂਧੀ ਦੀ ਕੀਤੀ, ਸੋਨੀਆ ਗਾਂਧੀ ਦੀ ਕੀਤੀ, ਇਹਨੂੰ ਤਾਂ ਕਿੰਨੇ ਪ੍ਰੋਟੈਕਸ਼ਨ ਕਰਦੇ ਨਹੀਂ। ਤੁਸੀਂ ਡਿਨਾਈ ਕਰੋ ਕਿ ਤੁਸੀਂ ਨਹੀਂ ਕਰਦੇ ਹੈਗੇ। ਕੇਂਦਰ ਦੀ ਸਰਕਾਰ ਇਹਨਾਂ ਚੀਜ਼ਾਂ ਨੂੰ ਪਬਲਿਕ ਨਹੀਂ ਕਰਦੀ ਹੈਗੀ। ਕੇਂਦਰ ਦੀ ਸਰਕਾਰ ਯੂਪੀ ਦੇ ਵਿੱਚ ਲਿਸਟ ਆਈ ਹੈ ਪ੍ਰੋਪਰ, ਯੂਪੀ ਦੇ ਵਿੱਚ ਉਹਨਾਂ ਨੇ ਕਿੰਨੇ ਦੀ ਵਿਡਰਾਅ ਕੀਤੀ ਸਿਕਿਉਰਿਟੀ। ਸਰ ਸਿਆਸਤ ਨਾ ਖੇਲੋ, ਬਹੁਤ ਮਾੜਾ ਹੋਇਆ। ਤੁਸੀਂ ਸਿੱਧੂ ਮੂਸੇਵਾਲੇ ਬਾਰੇ ਜੇ ਕਹਿ ਰਹੇ ਹੋ, ਤੁਸੀਂ ਵਿੱਕੀ ਮਿੱਡੂ ਖੇੜੇ ਬਾਰੇ ਵੀ ਕਹੋ, ਥੋੜੀ ਕੁਝ ਜ਼ਿੰਮੇਵਾਰੀ ਉਹ ਵੀ ਭਰਾ ਸੀ ਮੇਰਾ। NIA ਕੋਲੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ NIA ਕੋਲੇ ਅਥਾਰਟੀ ਕਰਨ ਦੀ, ਜੇ NIA ਮਨਪ੍ਰੀਤ ਨੂੰ ਚੱਕ ਸਕਦੀ, ਔਲਖ ਨੂੰ ਚੱਕ ਸਕਦੀ ਹੈ, ਕਿ NIA ਕੋਲੇ ਨੈਕਸਸ ਪਤਾ ਨਹੀਂ ਹੈ ਐਕਸਟ੍ਰੈਡੀਸ਼ਨ। ਤੁਸੀਂ ਮੈਨੂੰ ਦੱਸੋ ਪੰਜਾਬ ਦੀ ਸਰਕਾਰ ਦੇ ਕੋਲੇ ਕੀ ਐਕਸਟ੍ਰੈਡੀਸ਼ਨ ਰਾਈਟ ਹੈਗਾ ਕਿ ਅਸੀਂ ਲੈ ਆਈਏ ਬਾਹਰੋਂ ਕਿਸੇ ਨੂੰ? ਨਹੀਂ ਹੈਗਾ ਰਾਈਟ। ਸਾਨੂੰ ਕੇਂਦਰ ਦੀ ਸਰਕਾਰ ਨੂੰ ਵਿੱਚ ਇਨਵੋਲਵ ਕਰਨਾ ਹੀ ਪਏ। ਇਰੀਗੇਸ਼ਨ ਦੇ ਵਿੱਚ ਤੁਸੀਂ ਸਾਡੇ ਤੇ ਤੁਸੀਂ ਦਰਸ਼ਕਾਂ ਨੂੰ ਮਿਸਲੀਡ ਕਰਨ ਦੀ, ਪੰਜਾਬ ਦੀ ਕਰਨ ਦੀ ਕੋਸ਼ਿਸ਼ ਨਾ। ਇੰਡੀਆ ਜੜਾਂ ਤੁਹਾਡੇ ਵੇੜੇ ਹੋਈਆਂ ਨੇ। ਪੰਜਾਬ ਇਨਵੋਲਵਡ ਹੈ, ਹਿੰਦੁਸਤਾਨ ਇਨਵੋਲਵਡ ਹੈ ਇਹਦੇ ਵਿੱਚ ਹਰਵਰਡ ਹੈ, ਇਹਦੇ ਵਿੱਚ ਕੈਨੇਡਾ ਇਨਵੋਲਵਡ ਹੈ, ਇਨਵੋਲਵਡ ਹੈ, ਇਹਦੇ ਵਿੱਚ ਯੂਰਪ ਕੰਟਰੀਜ਼ ਇਨਵੋਲਵਡ ਨੇ। ਇਹ ਸਾਰਾ ਤਾਣਾ ਬਾਣਾ ਬਹੁਤ ਉਲਝਿਆ ਪਿਆ ਸਰ। ਇਹਦੇ ਵਿੱਚ ਪਾਕਿਸਤਾਨ ਇਨਵੋਲਵਡ ਹੈ। ਇਹ ਸਾਰੀਆਂ ਏਜੰਸੀਆਂ ਨੂੰ ਮਿਲ ਕੇ ਕਰਨਾ ਪੈਣਾ। ਤੁਸੀਂ ਸਾਡੇ ਤੇ ਚਿੱਕੜ ਸਿੱਟਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਪੰਜਾਬ ਪੁਲਿਸ ਨੇ ਕੰਮ ਕੀਤਾ, they are doing it in the right direction। ਗਗਨ ਜੀ, ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਕੱਲੀ ਪੰਜਾਬ ਸਰਕਾਰ, ਪੰਜਾਬ ਪੁਲਿਸ, ਪੰਜਾਬ ਏਜੰਸੀਜ਼ ਕੰਮ ਕਰ ਰਹੀਆਂ ਨੇ ਤੇ ਬਾਕੀ ਨਹੀਂ ਕਰ ਰਹੀਆਂ ਤੇ ਸਪੋਰਟ ਨਹੀਂ ਕਰ ਰਹੀਆਂ, ਇਹਦਾ ਮਤਲਬ ਇਹ ਆ? ਨਵਜੋਤ ਜੀ, ਮੈਂ ਇਹ ਗੱਲ ਨਹੀਂ ਕਹਿ ਰਿਹਾ। ਮੈਂ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਕਰਨ ਦੀ ਜ਼ਰੂਰਤ ਹੈ, ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਉਹਨਾਂ ਨੂੰ ਸਾਰਿਆਂ ਨੂੰ। ਮੈਂ ਕਹਿ ਰਿਹਾ ਕਿ ਦੇਖੋ, ਮੈਂ ਪਹਿਲਾਂ ਮੈਂ ਪੁਲਿਸ ਅਫਸਰ ਰਿਹਾ ਜੀ, ਠੀਕ ਹੈ ਨਾ। ਮੈਨੂੰ ਪਤਾ ਪੁਲਿਸ ਕਿਸ ਢੰਗ ਦੇ ਨਾਲ ਕੰਮ ਕਰਦੀ ਹੈ, ਪੁਲਿਸ ਕੀ ਸਟ੍ਰੈਟਜੀਜ਼ ਬਣਾਉਂਦੀ ਹੈ। ਆਈ ਐਮ ਵੈਲ ਅਵੇਅਰ। ਇਸ ਕ੍ਰਾਈਮ ਨੂੰ ਪਹਿਲਾਂ ਸਾਨੂੰ ਡਿਫਾਈਨ ਕਰਨਾ ਪੈਣਾ ਕਿ ਕਿਵੇਂ ਹੈ, ਇਹਦੇ ਵਿੱਚ ਕਿੰਨੇ ਜਾਣੇ, ਕਿਹਦੀ ਕੋਆਰਡੀਨੇਸ਼ਨ ਦੇ ਨਾਲ ਇਹ ਕੰਮ ਹੋਊਗਾ, ਕਿਹੜੀਆਂ ਕੋਲੇ ਕਿਹੜੇ ਅਧਿਕਾਰ ਨੇ। ਉਸ ਦੇ ਬਾਅਦ ਹੀ ਅਸੀਂ ਨੂੰ ਪਿਨ ਪੁਆਇੰਟ ਕਰ ਸਕਦੇ ਆ। ਸਰ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਦਿਸ ਇਜ਼ ਅ ਆਰਗੇਨਾਈਜ਼ਡ ਕ੍ਰਾਈਮ। ਚਲੋ ਜਸਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਨੇ, ਇੱਕ ਮਿੰਟ ਮੈਂ ਜਸਪ੍ਰੀਤ ਜੀ ਦੀ ਗੱਲ ਸੁਣ ਲਾ, ਕਾਫੀ ਦੇਰ ਤੋਂ ਕੁਝ ਗੱਲ ਰੱਖਣੀ ਚਾਹੁੰਦੇ। ਆਤੰਕਵਾਦੀਆਂ ਦਾ ਵੀ ਰਿਲੇਸ਼ਨਸ਼ਿਪ ਹੈ। ਠੀਕ ਹੈ, ਹਾਂਜੀ ਜਸਪ੍ਰੀਤ ਜੀ ਨਾ ਕਹਿ ਰਹੇ ਨੇ ਕਿ ਇਟਸ ਆਰਗੇਨਾਈਜੇਸ਼ਨ ਕ੍ਰਾਈਮ। ਇੱਕ ਚੀਜ਼ ਦੇ ਉੱਤੇ ਪੰਜਾਬ ਦੇ ਵਿੱਚ ਇਸ ਟਾਈਮ ਜੋ ਕਾਨੂੰਨ ਵਿਵਸਥਾ ਆਪਾਂ ਸਭ ਨੂੰ ਪਤਾ ਹੈ। ਜੇ ਗੱਲ ਕਰੀਏ ਆਪਾਂ ਗੱਲ ਕਰ ਲੈਣਾ, ਜੇ ਗੱਲ ਕਰ ਲੈਣਾ ਸੰਦੀਪ ਨੰਗਲ ਅੰਬੀਆ ਦੀ, ਉਹਦੀ ਵਾਈਫ ਨੇ ਬਕਾਇਦਾ ਤੌਰ ਦੇ ਉੱਤੇ ਲਾਈਵ ਹੋ ਕੇ ਕਿਹਾ ਕਿ ਮੈਂ ਜਿਹੜੇ ਡਰ ਹੈ, ਮੈਂ ਉੱਥੇ ਉਹਨਾਂ ਨੂੰ ਕਿਹਾ ਕਿ ਬੰਦੇ ਜਿਹੜੇ ਦੇ ਬੰਦੇ ਤੇ ਪਰਚਾ ਹੈ ਉਹ ਫਲਾਣੇ ਪੈਲਸ ਜਾ ਕੇ ਬੈਠੇ ਨੇ, ਉੱਥੋਂ ਜਾ ਕੇ ਮੈਨੂੰ ਉੱਥੇ ਬੈਠੇ ਨੇ, ਉਹਨਾਂ ਨੂੰ ਜਾ ਕੇ ਉੱਥੋਂ ਗ੍ਰਿਫਤਾਰ ਕਰ ਲਿਆ ਜਾਵੇ। ਪਰ ਉਹਦੀ ਵਾਈਫ ਦਾ ਇਹ ਕਹਿਣਾ ਸੀਗਾ ਸੰਦੀਪ ਨੰਗਲ ਅੰਬੀਆ ਦਾ ਕਿ ਉਹਦੇ ਜਿਹੜੇ ਹਸਬੈਂਡ ਦੇ ਕਾਤਲ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ। ਕਿਹਦੀ ਸਰਕਾਰ ਦੇ ਵਿੱਚ ਹੋਇਆ? ਮੌਜੂਦਾ ਸਰਕਾਰ ਦੇ ਵਿੱਚ। ਦਿਨ ਦਿਹਾੜੇ ਸਟੇਸ਼ਨ ਦੇ ਉੱਤੇ ਕਬਜ਼ਾ ਕਰਨਾ, ਪੁਲਿਸ ਸਟੇਸ਼ਨ ਦੇ ਉੱਤੇ ਜਦੋਂ ਕਬਜ਼ਾ ਪੁਲਿਸ ਵਾਲਿਆਂ ਨੂੰ ਕਿਹਦੀ ਸਰਕਾਰ ਦੇ ਵਿੱਚ ਹੋ ਰਿਹਾ, ਹੁਣ ਵਾਲੀ ਸਰਕਾਰ ਦੇ ਵਿੱਚ ਹੋ ਰਿਹਾ। ਤਾਂ ਇਹ ਕੌਣ ਕਰਾ ਰਿਹਾ ਦਾ ਸਵਾਲ ਪੈਦਾ ਹੁੰਦਾ ਹੈ। ਤੁਸੀਂ ਗੱਲ ਕਰ ਰਹੇ ਹੋ ਸਭ ਤੋਂ ਵੱਡੀ ਜਿਹੜੀ ਆ ਪੋਲਿਟਿਕਸ ਜੇ ਕਿਤੇ ਉੱਤੇ ਖੇਡ ਰਹੀ ਹੈ ਤਾਂ ਉਹ ਆਮ ਆਦਮੀ ਪਾਰਟੀ ਖੇਡ ਰਹੀ ਹੈ। ਤੁਸੀਂ ਕਹਿੰਦੇ ਹੋ ਕਿ ਜਿਹੜਾ ਗੈਂਗਸਟਰ ਸੀਗਾ ਗੋਲਡੀ ਬਰਾੜ, ਜਦੋਂ ਇਹਨੂੰ ਕਿਹਾ ਸੀਗਾ ਡਿਟੇਨ ਕਰ ਲਿਆ ਗਿਆ, ਕੰਪਨੀ ਸੀ ਪੰਜਾਬ ਦੇ ਹੋਮ ਮਿਨਿਸਟਰ ਨੇ ਪੱਟ ਕੇ ਪੜਦੀ ਕਹਿੰਦੀ ਸੀ ਜਿਹੜਾ ਸਾਡੇ। ਜਸਪ੍ਰੀਤ ਜੀ, ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਤੁਹਾਡੀ ਗੱਲ ਸਾਫ਼ ਲੋਕਾਂ ਤੱਕ ਨਹੀਂ ਪਹੁੰਚ ਰਹੀ। ਮੈਂ ਨਹੀਂ ਚਾਹੁੰਦਾ ਕਿ ਆਪਾਂ ਇਸ ਤਰੀਕੇ ਨਾਲ ਸਮਝ ਆਇਆ ਕਰੀਏ। ਗੁਰਦੀਪ ਜੀ, ਜਿਹੜੀ ਗੱਲ ਗਗਨਦੀਪ ਜੀ ਹੋਰਾਂ ਨੇ ਕਹੀ ਹੈ ਕਿ ਇਕੱਠੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ, ਸਾਰੇ ਇਸ ਕੇਸ ਦੇ ਅੰਦਰ ਇਹ ਸਹਿਯੋਗ ਦੇ ਕੇ ਚੱਲਣਗੇ ਤਾਂ ਹੀ ਇਨਸਾਫ ਤੱਕ ਪਹੁੰਚਿਆ ਜਾ ਸਕਦਾ। ਸਹਿਮਤ ਹੋ ਇਸ ਗੱਲ ਨਾਲ? ਇਤਫਾਕ ਰੱਖਦੇ ਪਹਿਲਾਂ ਬਿਲਕੁਲ ਇਕੱਠੇ ਹੋਣੇ, ਉਹਦੀ ਨੀਅਤ ਵੀ ਸਾਫ਼ ਹੋਣੀ ਚਾਹੀਦੀ। ਨੀਅਤ ਤੋਂ ਬਗੈਰ ਕੋਈ ਫੈਸਲੇ ਤੇ ਆਪਾਂ ਨਹੀਂ ਪਹੁੰਚ। ਹੁਣ ਮੰਨ ਲਓ ਮੈਂ ਕੀਤੀ ਹੋਵੇ ਕਿ ਕਿਆ ਕਰ ਰਹੇ ਕਿ ਸ਼ਾਇਦ ਨੇ ਗਲਤੀ ਕੀਤੀ ਸੀਗੀ ਤਾਂ ਰਸੂਲ ਤਾਂ ਨਹੀਂ ਬਣਦਾ ਨਾ। ਗਲਤੀ ਕਹਿਣਾ ਉਹਦੀ ਸੀਚ ਹੋਈ ਹੈ, ਉਹਦੀ ਸਿਕਿਉਰਿਟੀ ਘਟਾਈ ਗਈ ਹੈ, ਬੜੀ ਡਰਾਮੇਬਾਜ਼ੀ ਹੋਈ ਹੈ। ਉਹਨਾਂ ਉਸੇ ਸਮੇਂ ਦੇ ਦੌਰਾਨ ਇੱਕ ਕਤਲ ਨਹੀਂ ਕਿੰਨੇ ਕਤਲ ਹੋ ਰਹੇ ਆ। ਤੁਸੀਂ ਸਮੇਂ ਦਾ ਚੈੱਕ ਕਰ ਲਓ, ਅੱਜ ਪੰਜਾਬ 'ਚ ਹਾਲਾਤ ਕੀ ਬਣ ਗਏ। ਇਹ ਆਪ ਪੁਲਿਸ 'ਚ ਗਗਨ ਜੀ ਰਹੇ ਆ। ਤੁਸੀਂ ਦੱਸੋ ਵੀ ਜੋ ਅਜੇ ਘਟਨਾ ਹੋਈ ਕੀ
ਪੁਲਿਸ ਕੀਤਾ ਗਿਆ, ਆਪਾਂ ਨੂੰ ਪੁਲਿਸ ਦਾ ਅਮਰ ਹੋਇਆ, ਇਹ ਤੇ ਨਿਕਲ ਕੇ ਕਿੱਦਾਂ ਆਣਾ? ਫਿਰ ਕੇਂਦਰ ਤਾਂ ਹੈਲਪ ਕਰਨ ਤਿਆਰ ਹੈ, ਇਹਦਾ ਕੇਂਦਰ ਕੋਲ ਹੈਲਪ ਤਾਂ ਮੰਗੀ ਜਾ ਰਹੀ ਹੈ, ਇਹਦੇ ਕੋਲ ਪੰਜਾਬ ਇਹਨਾਂ ਕੋਲ ਸੰਭਾਲਿਆ ਨਹੀਂ ਜਾ ਰਿਹਾ। ਇਸ ਕਰਕੇ ਮੈਂ ਬੇਨਤੀ ਕਰਦਾ ਗੋਇਲ ਸਾਹਿਬ ਦੀਆਂ, ਪੰਜਾਬ ਦੀਆਂ ਕਦਰਾਂ ਕੀਮਤਾਂ ਨੂੰ ਕਦਰ ਨਾ ਕਰੋ ਜੀ। ਬੜੇ ਵਧੀਆ ਤਰੀਕੇ ਨਾਲ ਬੜੇ ਬੜਾ ਕਰ ਰਹੇ, ਪਰ ਇਹਦਾ ਲੋਕਾਂ ਤੇ ਕੋਈ ਅਸਰ ਨਹੀਂ। ਜੇ ਤੁਸੀਂ ਅੰਬੀਆ ਜੀ ਦੀ ਗੱਲ ਕਰ ਲਓ, ਉਹਦੇ ਪਰਿਵਾਰ ਵਾਲੇ ਤਾਂ ਖੁਦ ਕਹਿ ਰਹੇ ਆ ਕਿ ਗਾਣੇ ਫੜ ਲਓ, ਸਿੱਧੂ ਮੂਸੇਵਾਲੇ ਦੇ ਪਰਿਵਾਰ ਕਹਿ ਰਹੇ ਕਿ ਤੁਸੀਂ ਫੜਦੇ ਨਹੀਂ, ਇਹਦੇ ਵਿੱਚ ਸਰਕਾਰ ਨੂੰ ਦੋਸ਼ੀ ਮੰਨ, ਇਹਦੇ ਵਿੱਚ ਵਿਰੋਧੀਆਂ ਨੂੰ ਦੋਸ਼ੀ ਮੰਨਦੇ ਹੋ। ਫਿਰ ਜੇ ਅੱਜ ਤੁਸੀਂ ਜੇ ਇਨਸਾਫ ਨਹੀਂ ਦੇ ਪਾ ਰਹੇ ਤੇ ਪਰਿਵਾਰ ਤਾਂ ਹੀ ਬੈਠਾ ਨਾ, ਉਹ ਪਰਿਵਾਰ ਥੋੜਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੋਇਆ, ਪਰਿਵਾਰ ਤਾਂ ਪੋਲੀਟੀਕਲ ਹੈ ਹੀ ਨਹੀਂ ਸੀ। ਉਹਦਾ ਬੇਟਾ ਜ਼ਰੂਰ ਜੁੜਿਆ ਸੀ ਜਿਹੜਾ ਦੁਨੀਆ ਤੋਂ ਚਲਾ ਗਿਆ, ਠੀਕ ਹੈ, ਪਾਰਟੀ ਨਾਲ ਜੁੜਿਆ ਸੀ, ਪਰ ਉਹਦੇ ਮਨ 'ਚ ਚਾਹ ਸੀ ਯਾਰ ਕਿਸੇ ਪਾਰਟੀ 'ਚ ਵੀ ਹੋਵੇ। ਮੰਨ ਲਓ ਮੇਰਾ ਕੋਈ ਚੰਗਰੂਤੀ ਪੜ ਜੇ, ਕੋਈ ਚੰਗੀ ਗੱਲ ਵੀ ਉਹਦੇ ਵਾਸਤੇ ਕਰ ਲਿਆ ਕਰੋ, ਸਿਰਫ ਹਰ ਵਕਤ ਨਾ ਕਿਹਾ ਕਰੋ ਕਿ ਸਿਆਸਤ ਕੀ। ਅੱਜ ਸਿਆਸਤ ਤੁਸੀਂ ਕਰ ਰਹੇ ਹੋ, ਅੱਜ ਆਪਣੀਆਂ ਚੀਜ਼ਾਂ ਤੋਂ ਬਚਾਅ 'ਚ ਨਾ ਭਜੋ। ਉਹ ਦੱਸ ਦਿੰਦਾ ਧਾਲੀਵਾਲ ਸਾਹਿਬ, ਆ 15 ਸਾਲ ਦਾ ਰਿਕਾਰਡ ਜਿਹੜਾ ਵਿੱਚ ਜਿੰਨੀ ਕਾਰਾਂ ਨੂੰ ਲੱਗਦੀ ਹੈ, ਜਿਹੜਾ ਇਹਦੇ ਬਾਅਦ 1 ਸਾਲ ਦੇ ਵਿੱਚ 15 ਸਾਲ ਕੱਢ ਲਿਓ ਤੁਸੀਂ, ਤਾਂ ਕੱਢ ਲਓ। ਮੈਂ ਲਾਤੇ ਆ ਚੁੱਕੇ ਸਭ ਤੋਂ ਵੱਧ ਬਲੈਕ ਹੂਟਰ ਵਿਕੇ ਇਸ ਸਾਲ ਦੇ ਵਿੱਚ। ਉਹ ਕਾਰਨ ਕੀ ਹੈ? ਉਹ ਸ਼ੈ ਕੌਣ ਦੇ ਰਿਹਾ? ਇਹ ਜਿਹੜੀ ਪ੍ਰਵਿਰਤੀ ਸਾਡੇ ਮੁੰਡਿਆਂ ਦੀ ਚੇਂਜ ਕਿਉਂ ਹੋ ਰਹੀ ਹੈ? ਇਸ ਕਰਕੇ ਚੇਂਜ ਹੋ ਰਹੀ ਹੈ ਕਿ ਆਪਾਂ ਮਾਹੌਲ ਸਿਰਜ ਰਹੇ ਇਸ ਤਰ੍ਹਾਂ ਦਾ ਨਾ ਕਰੋ। ਤੁਸੀਂ ਤਾਂ ਕਹਿੰਦੇ ਸੀ ਬਾਹਰੋਂ ਅੰਗਰੇਜ਼ ਇੱਥੇ ਕੰਮ ਕਰਨ ਆਣਗੇ, ਕਿਹੜੇ ਬਾਹਰੋਂ ਅੰਗਰੇਜ਼ ਇੱਥੇ? ਜਾਂ ਮੁੰਡੇ ਬਾਹਰ ਜਾਈ ਜਾਂਦੇ ਆ ਜਾਂ ਗਲਤ ਪਾਸੇ ਫਸੀ ਜਾਂਦੇ। ਤੁਸੀਂ ਕਹਿੰਦੇ ਵੀ ਨਸ਼ਾ ਪਹਿਲਾਂ ਸੀ, ਬਿਲਕੁਲ ਮੈਂ ਕਹਿੰਦਾ ਪਹਿਲਾਂ ਰਾਮ ਰਾਜ ਨਹੀਂ ਸੀਗਾ, ਪਰ ਉਸ ਤੋਂ ਆਪਾਂ ਅੱਗੇ ਵੱਧ ਗਏ ਆ, ਆਪਾਂ ਘਟੇ ਨਹੀਂ ਹੈਗੇ। ਆਪਣਾ ਹਾਲ ਦਿਨ ਖਰਾਬ ਹੋ ਰਹੇ ਆ। ਗਗਨ ਜੀ, ਤੁਸੀਂ ਜੇ ਅੱਜ ਕੋਈ ਔਰਤ ਘਰੋਂ ਬਾਹਰ ਜਾਂਦੀ ਨਾ, ਇਹ ਨਹੀਂ ਪਤਾ ਹੁੰਦਾ ਕਿ ਇਹਦੀ ਵਾਲੀ ਲੱਤ ਜਾਵੇ, ਤੇ ਜੇ ਕੋਈ ਨੌਜਵਾਨ ਬਾਹਰ ਜਾਂਦਾ ਨਹੀਂ ਜਾਵੇ। ਇਹ ਚੀਜ਼ਾਂ ਇਹ ਨਹੀਂ ਹੈਗਾ ਵੀ ਤੁਸੀਂ ਸਿਆਸਤ ਅੱਜ ਸਰਕਾਰ ਤੁਹਾਡੀ ਆ, ਕੱਲ ਸਰਕਾਰ ਕਿਸੇ ਹੋਰ ਦੀ ਹੋ ਸਕਦੀ ਹੈ, ਪਰ ਜਿਹੜੇ ਜਵਾਬਦੇਹੀ ਜੋ ਇਤਿਹਾਸ ਦੇ ਵਿੱਚ ਜਿਹੜੇ ਪੰਨੇ ਲਿਖੇ ਜਾ ਰਹੇ ਨਾ, ਉਹਦੀ ਜਵਾਬਦੇਹੀ ਤੁਹਾਡੀ ਹੈ। ਇਸ ਕਰਕੇ ਦੂਜੇ ਦੇ ਇਲਜ਼ਾਮ ਲਗਾ ਕੇ ਆਪਣੇ ਆਪ ਤੋਂ ਨਹੀਂ ਬਚਿਆ ਸਕਦਾ। ਹਾਂ, ਸਾਡੇ ਜਿੱਥੇ ਸਹਿਯੋਗ ਦੀ ਲੋੜ ਅਸੀਂ ਦੇਣ ਨੂੰ ਤਿਆਰ ਹਾਂ, ਕੇਂਦਰ ਸਰਕਾਰ ਹਰ ਵਕਤ ਉਹਨਾਂ ਨੂੰ ਦੇਣ ਨੂੰ ਤਿਆਰ ਹੈ, ਪਰ ਤੁਹਾਨੂੰ ਜਦੋਂ ਮੌਕਾ ਮਿਲਦਾ ਤੁਸੀਂ ਕੇਂਦਰ ਨੂੰ ਭੰਡ ਗਏ, ਇੱਕ ਤਾਂ ਕੰਮ ਲੈ ਲੈਂਦੇ ਹੋ, ਇੱਕ ਭੰਡਦੇ ਹੋ। ਇਹ ਚੀਜ਼ਾਂ ਠੀਕ ਨਹੀਂ ਹੈਗੀਆਂ। ਇਸ ਕਰਕੇ ਇਹ ਚੀਜ਼ਾਂ ਤੋਂ ਨਿਕਲ ਕੇ ਤੁਸੀਂ ਇਸ ਚੀਜ਼ ਨੂੰ ਮੰਨੋ ਕਿ ਗਲਤੀਆਂ ਸਾਡੇ ਕੋਲ ਹੋਈਆਂ। ਰੋਜ਼ ਕਤਲ ਹੋ ਰਿਹਾ, ਰੋਜ਼ ਨਸ਼ੇ 'ਚ ਮੌਤਾਂ ਹੋ ਰਹੀਆਂ, ਉਹਦੇ ਵਿੱਚ ਠੀਕ ਹੈ ਗਗਨ ਜੀ, ਮੰਨਦੇ ਹੋ ਤੁਹਾਡੀ ਗਲਤੀਆਂ ਨੇ ਵੀ ਤੁਹਾਡਾ ਫੇਲੂਰ ਹੈ ਸਰਕਾਰ ਦਾ, ਸਰਕਾਰ ਫੇਲ ਹੋਈ ਹੈ ਹਰ ਮੋੜ ਤੇ? ਨਵਜੋਤ ਜੀ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡੇਟਾ ਜਾਂ ਤਾਂ ਇਹ ਕਹਿ ਦੇਣ ਜਿਹੜੀ ਮੋਦੀ ਸਾਹਿਬ ਦੇ ਅੰਡਰ ਜਿਹੜੀ ਏਜੰਸੀ ਕੰਮ ਕਰ ਰਹੀ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਇਹ ਕਹਿ ਦੇਣ ਅਸੀਂ ਮੰਨ ਲਾਂਗੇ। NCR ਵੀ ਜਦੋਂ ਡੇਟਾ ਇਸ਼ੂ ਕਰਦੀ ਹੈ, ਉਹ ਕਹਿੰਦੀ ਹੈ ਕਿ ਪੰਜਾਬ ਦੀ ਸਿਚੁਏਸ਼ਨ ਲਾਅ ਐਂਡ ਆਰਡਰ ਦੀ ਬੈਟਰ ਹੋ ਰਹੀ ਹੈ। ਫਿਰ ਇਹਨਾਂ ਦੇ ਜਿਹੜੇ ਬਿਆਨ ਨੇ, ਇਹ ਬੀਜੇਪੀ ਦੇ ਪ੍ਰਵਕਤਾ ਨੇ, ਇਹਨਾਂ ਦੀ ਜਾਂ ਤਾਂ ਫਿਰ ਏਜੰਸੀ ਗਲਤ ਕਰ ਰਹੀ ਹੈ। ਸੋ ਗੱਲ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਨਸਾਫ ਲਈ ਚੱਲ ਰਹੀ ਮਾਪਿਆਂ ਦੀ ਜਦੋਜਹਿਦ ਬਾਬਤ ਕਰ ਰਹੇ ਹਾਂ। ਕਿਉਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹਰ ਵਾਰ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਬੇਵਸੀ ਜ਼ਾਹਰ ਕਰਨੀ ਪੈਂਦੀ ਹੈ? ਔਰ ਜਿਸ ਤਰੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੌਰਾਨ ਵਿਧਾਨ ਸਭਾ ਦੇ ਸਾਹਮਣੇ ਰੋਸ ਜ਼ਾਹਰ ਕਰਨਾ ਪਿਆ, ਇਸ ਦੇ ਮਾਇਨੇ ਕੀ ਹੈ? ਕੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਨਸਾਫ ਦੇ ਨਾਂ ਤੇ ਉਹਨਾਂ ਦੇ ਜਿਹੜੇ ਹਾਵ ਭਾਵ ਨੇ, ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਉਹਨਾਂ ਦੇ ਨਾਲ ਠੱਗੀ ਹੋ ਰਹੀ ਹੈ? ਕਿ ਉਹਨਾਂ ਨੂੰ ਲਾਰਿਆਂ 'ਚ ਲਾਇਆ ਜਾ ਰਿਹਾ ਹੈ? ਕਿਉਂਕਿ ਜਦੋਂ ਮੰਤਰੀ ਕੁਲਦੀਪ ਧਾਲੀਵਾਲ ਭਰੋਸਾ ਦੇ ਕੇ ਜਾਂਦੇ ਆ ਔਰ ਉਦੋਂ ਇਹ ਗੱਲ ਕਹਿੰਦੇ ਆ ਕਿ ਸਾਨੂੰ ਕੱਲੀ ਮੁਲਾਕਾਤ ਨਹੀਂ ਚਾਹੀਦੀ, ਸਾਨੂੰ ਹੱਲ ਚਾਹੀਦਾ। ਸੋ ਇਹ ਗੱਲਾਂ ਕੀ ਦਰਸਾਉਂਦੀਆਂ ਨੇ? ਕੀ ਇਹਦੇ ਪਿੱਛੇ ਕਿਸੇ ਦੀ ਜ਼ਿੰਮੇਵਾਰੀ ਹੈ? ਕੀ ਕਿਸੇ ਦਾ ਇਹਦੇ ਪਿੱਛੇ ਲਾਲਚ ਹੈ? ਆਖਰ ਕਿਉਂ ਜਿਹੜਾ ਹੈ ਇਹ ਕਿਸੇ ਧਨ ਪੱਤਨ ਨਹੀਂ ਲੱਗ ਪਾ ਰਿਹਾ? ਕਿਉਂ ਮਾਪਿਆਂ ਨੂੰ ਸੰਤੁਸ਼ਟੀ ਨਹੀਂ ਹੋ ਰਹੀ? ਇੱਕ ਵੱਡਾ ਸਵਾਲ ਹੈ। ਦਰਸ਼ਕਾਂ ਦੇ ਉੱਤੇ ਇਹ ਸਵਾਲ ਛੱਡ ਰਹੇ, ਤੁਸੀਂ ਵੀ ਆਪਣੀ ਸ਼ਮੂਲੀਅਤ ਇਸ ਚਰਚਾ ਦੇ ਵਿੱਚ ਦਰਜ ਕਰਾਇਓ। ਤੁਸੀਂ ਵੀ ਕਮੈਂਟ ਦੇ ਅੰਦਰ ਦੱਸਿਓ ਕਿ ਆਖਰ ਗਲਤੀ ਕਿੱਥੇ ਹੈ, ਆਖਰ ਤੁਹਾਨੂੰ ਇਸ ਦੇ ਅੰਦਰ ਕੀ ਜਾਪ ਰਿਹਾ। ਆਏ ਹੋਏ ਸਾਰੇ ਮਹਿਮਾਨਾਂ ਦਾ ਮੈਂ ਧੰਨਵਾਦ ਕਰਦਾ, ਤੁਸੀਂ ਇਸ ਚਰਚਾ 'ਚ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਚਰਚਾ ਦੇ ਵਿੱਚ ਇੰਨਾ ਹੀ, ਭਲਕੇ ਕਿਸੇ ਹੋਰ ਮੁੱਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।